ਗੁਰੂ ਨਾਨਕ ਪਦ ਬੰਦਨ ਪਦ ਸਮਰੋ ਅੰਗਦ ਗੁਰ ਅਮਰਦਾਸ ਹਿਰਦੈ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਾਮ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਪਰ ਤਰਾ ਪਰ ਪੁੰਨ ਪੁੰਨ ਸੀਸਾ ਗੁਰ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤੋ ਸ਼੍ਰੀ ਸਤਿਗੁਰ ਤੁਰ ਪੁਜੇ ਕਾਂਗੜ ਤਪੇ ਜਾਏ। ਦੀਨੇ ਕੀ ਟਿਗ ਪਿੰਡ ਮਦੇ ਹੁਤ ਲਖਮੀਰ ਤੈ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु की साजी और नवाजी हुई गुरु स्वरूप गुरु खालसा साध संगत दिन दुनिया दे मालक सर्ब सांझी वालता दे सांझे रहबर हमारी प्यारी अमृत धारी गुरनिमख न मन ते टारी रे। दर्शन परसन सरसन हरसन रंग रंगी करतारी रे। खेन राम गुर गम हर दम नह जाम हर कंठ नानक उरहारी रे। ऐसे जगत गुरु श्री गुरु ग्रंथ साहिब जी महाराज जी दे पवित्र पावन हजूरी नता प्रति एकत्र हो के हाजरियां भर के पंथ वाले गुरु कलगीधर जी का पावन पवित्र इतिहास बहुत ही शरधा नाल सत्कार नाल आप जी सरवण कर रहे हो। सूक्ष्म रूप विच सतगुरां दा इतिहास भाई रतन सिंह जी वर्णन कर रहे ने।
ਕਿ ਚਮਕੌਰ ਦੀ ਗੜੀ ਵਿੱਚ ਗੁਰਪੰਥ ਨੂੰ ਗੁਰਤਾ ਸਤਿਗੁਰਾਂ ਨੇ ਦਿੱਤੀ ਹੈ। ਔਰ ਇਸ ਗੜੀ ਚੋਂ ਨਿਕਲ ਕੇ ਗੁਰਦੇਵ ਮਾਛੀਵਾੜੇ ਪਹੁੰਚੇ ਨੇ। ਮਸੰਦ ਗੁਲਾਬੇ ਤੇ ਪੰਜਾਬੇ ਦੇ ਘਰ ਸਤਿਗੁਰਾਂ ਨੇ ਡੇਰਾ ਕੀਤਾ। ਇਹਨਾਂ ਦੀ ਵੀ ਪਰਖ ਕੀਤੀ, ਪਰਖ ਵਿੱਚ ਇਹ ਵੀ ਖਰੇ ਨਹੀਂ ਉਤਰੇ। ਕੁਝ ਦਿਨ ਇੱਥੇ ਰਹਿ ਕੇ ਗਨੀ ਖਾਂ, ਨਬੀ ਖਾਂ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਉਹਨਾਂ ਦੇ ਸਮੇਤ ਉੱਚ ਦੇ ਪੀਰ ਬਣ ਕੇ ਪਲੰਗੇ ਤੇ ਸੱਜ ਕੇ ਸਤਿਗੁਰੂ ਜੀ ਨੇ ਇੱਥੋਂ ਚਾਲਾ ਮਾਰਿਆ। ਰਸਤੇ ਵਿੱਚ ਵੈਰੀਆਂ ਨੇ ਸਤਿਗੁਰਾਂ ਦੀ ਭਾਲ ਕੀਤੀ, ਪਰ ਗਰੀਬ ਨਵਾਜ ਪਾਤਸ਼ਾਹ ਜੀ ਤਿੰਨਾਂ ਵਿੱਚੋਂ ਨਿਕਲਦਿਆਂ ਅਨੇਕਾਂ ਸਥਾਨਾਂ ਚੋਂ ਹੁੰਦਿਆਂ ਅਨੇਕਾਂ ਨਗਰਾਂ ਨੂੰ ਪਵਿੱਤਰ ਤੇ ਪਾਵਨ ਕਰਦਿਆਂ ਮਾਲਵੇ ਵੱਲ, ਜੰਗਲ ਦੇ ਇਲਾਕੇ ਵੱਲ ਵੱਧ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਸਵਰੂਪ ਦਾ ਧਿਆਨ ਹਿਰਦੇ 'ਚ ਵਸਾਈਏ ਔਰ ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੋ ਸ਼੍ਰੀ ਸਤਿਗੁਰ ਤੁਰ ਪੁਜੇ, ਕਾਂਗੜ ਤਪੇ ਜਾਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਮਾਲਵੇ ਦੇ ਇਲਾਕੇ ਦਾ ਰਟਨ ਕਰਦਿਆਂ ਕਾਂਗੜ ਨਗਰ ਵਿੱਚ ਆਏ ਨੇ। ਦੀਨਾ ਤੇ ਕਾਂਗੜ ਇਹ ਦੋ ਪ੍ਰਸਿੱਧ ਨਗਰ ਨੇ, ਪੁਰਾਤਨ ਨਗਰ ਨੇ। ਕਾਂਗੜ ਦੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਸਨ। ਇੱਥੋਂ ਦਾ ਰਾਜਾ ਰਾਏ ਜੋਧ ਛੇਵੇਂ ਪਾਤਸ਼ਾਹ ਜੀ ਦਾ ਸ਼ਰਧਾਲੂ ਸੀ। ਮਹਾਰਾਜ ਦੇ ਜੰਗ ਵਿੱਚ ਜੋਧ ਰਾਏ ਨੇ ਮਹਾਰਾਜ ਜੀ ਦੀ ਮਦਦ ਕੀਤੀ ਸੀ ਔਰ ਗੁਰਦੇਵ ਦੀ ਸੇਵਕੀ, ਗੁਰਦੇਵ ਦੀ ਸਿੱਖੀ ਆਪਣੇ ਹਿਰਦੇ 'ਚ ਵਸਾ ਕੇ ਉਹਦੀ ਕਮਾਈ ਕੀਤੀ। ਇਹਦੇ ਪਰਿਵਾਰ ਚੋਂ ਚੌਧਰੀ ਲਖਮੀਰ ਸ਼ਮੀਰ ਹੋਣੀ ਸਨ ਇਹਦੇ ਪੋਤਰੇ, ਜਿਨ੍ਹਾਂ ਕੋਲ ਚੱਲ ਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਪਵਿੱਤਰ ਹੋਏ ਇਸ ਨਗਰ ਦੇ ਵਿੱਚ ਕਲਗੀਧਰ ਜੀ ਆਏ ਹਨ। ਦੀਨੇ ਕੀ ਟਿਗ ਪਿੰਡ ਮਦੇ, ਉਤ ਲਖਮੀਰ ਤੈਰਾਏ। ਦੀਨਾ ਤੇ ਕਾਂਗੜ ਦੋ ਨਗਰ ਸਨ। ਉਹਦੇ ਵਿਚਕਾਰ ਲਖਮੀਰ, ਚੌਧਰੀ ਸ਼ਮੀਰ ਔਰ ਇਹਨਾਂ ਦਾ ਤੀਜਾ ਭਰਾ ਸੀ ਤਖਤ ਮਲ। ਇਹ ਤਿੰਨੇ ਭਰਾ ਇਹਨਾਂ ਪਿੰਡਾਂ ਵਿੱਚ ਰਹਿੰਦੇ ਸਨ ਤੇ ਚੌਧਰੀ ਲਖਮੀਰ ਕੋਲ ਸਤਿਗੁਰੂ ਜੀ ਆਏ ਹਨ। ਚੌਪਈ ਤਿਸੇ ਚੁਬਾਰੇ ਜਾ ਸਤਿਗੁਰ ਬਏ। ਚੌਧਰੀ ਲਖਮੀਰ ਦੇ ਘਰ ਵਿੱਚ ਉੱਤੇ ਇੱਕ ਚੁਬਾਰਾ ਬਣਿਆ ਹੋਇਆ ਸੀ, ਚੰਗਾ ਸੁੰਦਰ ਹਵਾਦਾਰ। ਉਹਦੇ ਚੁਬਾਰੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਤਾਰਾ ਕੀਤਾ। ਆ ਲਖਮੀਰ ਚਰਨ ਤੇ ਗਏ। ਔਰ ਲਖਮੀਰ ਤੇ ਦੇ ਭਰਾ ਸ਼ਮੀਰ ਹੋਣਾ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਆ ਕੇ ਪਕੜੇ, ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲਿਆ। ਸਤਿਗੁਰ ਖੁਸ਼ੀ ਅੱਗਿਓਂ ਉਸ ਦਈ। ਕਲਗੀਧਰ ਜੀ ਨੇ ਇਹਨਾਂ ਦੇ ਉੱਤੇ ਆਪਣੀਆਂ ਖੁਸ਼ੀਆਂ ਪ੍ਰਗਟ ਕੀਤੀਆਂ। ਮਹਾਰਾਜ ਜੀ ਨੇ ਆਪਣੀ ਪ੍ਰਸੰਨਤਾ ਇਹਨਾਂ ਤੇ ਪ੍ਰਗਟ ਕੀਤੀ ਔਰ ਹਕੀਕਤ ਉਸ ਯੋਂ ਕਹੀ। ਔਰ ਆਪਣੀ ਸਾਰੀ ਹਕੀਕਤ ਇਹਨਾਂ ਨੂੰ ਦੱਸੀ ਕਿ ਅਸੀਂ ਪਿੱਛੋਂ ਕਿਵੇਂ ਆਏ ਹਾਂ, ਪਿੱਛੇ ਕੀ ਕੀ ਬੀਤਿਆ ਹੈ। ਉਹ ਸਾਰੀ ਹਕੀਕਤ ਸਤਿਗੁਰੂ ਜੀ ਨੇ ਇਹਨਾਂ ਨੂੰ ਦੱਸੀ ਆ ਵੀ ਕਿਤੇ ਕੱਲ ਨੂੰ ਮੁੜ ਕੇ ਘਬਰਾ ਜਾਣ ਕਿ ਇਹਨਾਂ ਨੂੰ ਤੁਰਕ ਲੱਭ ਰਹੇ ਨੇ,
ਇਸ ਕਰਕੇ ਸਤਿਗੁਰੂ ਜੀ ਨੇ ਸਾਰੀ ਹਕੀਕਤ ਪਹਿਲਾਂ ਇਹਨਾਂ ਨੂੰ ਦੱਸ ਦਿੱਤੀ। ਜੋ ਤੋ ਟਿਕਾਏ ਸਕੇ ਹਮ ਪਾਹੇ। ਸਤਿਗੁਰਾਂ ਆਖਿਆ ਲਖਮੀਰ ਆਹ ਗੱਲ ਹੈ, ਅਸੀਂ ਚਮਕੌਰ ਦੀ ਗੜੀ ਚੋਂ ਚੱਲ ਕੇ ਆਏ ਆ, ਦੁਸ਼ਮਣਾਂ ਦੀਆਂ ਫੌਜਾਂ ਸਾਡੀ ਭਾਲ ਕਰ ਰਹੀਆਂ ਨੇ, ਸੂਬਾ ਸਰਹੰਦ ਸਾਨੂੰ ਲੱਭ ਰਿਹਾ ਹੈ, ਤੇ ਹੁਣ ਇਹ ਤੇਰੇ ਤੇ ਉੱਤੇ ਹੈ ਵੀ ਜੇ ਤੂੰ ਸਾਨੂੰ ਆਪਣੇ ਕੋਲ ਟਿਕਾ ਸਕਦਾ, ਰੱਖ ਸਕਦਾ ਤੇ ਦੱਸ। ਜੇ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਭੈ ਸਤਾਉਂਦਾ ਹੈ, ਕੋਈ ਚਿੰਤਾ ਤੇ ਫਿਕਰ ਹੈ, ਤਾਂ ਵੀ ਦੱਸ ਦੇ, ਅਸੀਂ ਇੱਥੋਂ ਅੱਗੇ ਨੂੰ ਕੂਚ ਕਰ ਜਾਾਂਗੇ। ਇਸ ਕਰਕੇ ਜੇ ਤੂੰ ਟਿਕਾ ਸਕਦਾ ਸਾਨੂੰ ਇੱਥੇ ਆਪਣੇ ਕੋਲ ਤਾਂ ਦੱਸ। ਤੋ ਹਮ ਕਿਛ ਘਟ ਹੈ ਦਿਨ ਆਏ। ਅਸੀਂ ਕੁਝ ਦਿਨ ਇੱਥੇ ਇਕਾਂਤ ਵਿੱਚ ਤੇਰੇ ਕੋਲ ਕੱਟਾਂਗੇ, ਤੇਰੇ ਕੋਲ ਰਹਾਂਗੇ, ਉਹ ਵੀ ਤਾਂ ਜੇ ਤੂੰ ਹਾਮੀ ਭਰੇ। ਕਹੀ ਲਖਮੀਰ ਹੂੰ ਹਮ ਸਿਰ ਕੈ ਸਾਥ। ਚੌਧਰੀ ਲਖਮੀਰ ਤੇ ਸ਼ਮੀਰ ਹੋਣਾ ਨੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਸਾਡੇ ਸਿਰਾਂ ਦੇ ਸਾਈਂ ਹੋ, ਸਾਡੇ ਧੜਾਂ ਉੱਤੇ ਜਿਹੜੇ ਸਿਰ ਨੇ ਨਾ ਮਹਾਰਾਜ ਜੀ, ਇਹ ਸਿਰਾਂ ਦੇ ਨਾਥ ਤੁਸੀਂ ਹੋ, ਸਾਡੇ ਸਿਰਾਂ ਦੇ ਮਾਲਕ ਤੁਸੀਂ ਹੋ। ਹਾਥ ਜੋੜ ਉਨਿਓ ਕਹੀ ਬਾਤ। ਮਹਾਰਾਜ ਜੀ ਤੁਹਾਡੇ ਤੋਂ ਇਹਨਾਂ ਸਿਰਾਂ ਨੂੰ ਕੁਰਬਾਨ ਕਰਨ ਵਾਸਤੇ ਅਸੀਂ ਤਿਆਰ ਹਾਂ। ਏਦਾਂ ਸਤਿਗੁਰਾਂ ਦੇ ਨਾਲ ਇਹਨਾਂ ਨੇ ਬੜੇ ਪਿਆਰ ਨਾਲ, ਸਨਿਮਰ ਭਾਵ ਨਾਲ ਬੇਨਤੀ ਕਰਕੇ ਹੱਥ ਜੋੜ ਕੇ ਸਤਿਗੁਰਾਂ ਦਾ ਉਤਾਰਾ ਕਰਵਾਇਆ। ਉਹਾਂ ਸਤਿਗੁਰ ਪ੍ਰਗਟ ਹੋਏ ਬਹੇ। ਏਦਾਂ ਚੌਧਰੀ ਲਖਮੀਰ ਦੇ ਘਰ ਮਹਾਰਾਜ ਜੀ ਕੁਝ ਸਮਾਂ ਪ੍ਰਗਟ ਹੋ ਕੇ ਰਹੇ। ਸੁਨ ਸੁਨ ਸਿੰਘ ਤੈ ਥਾਂ ਬੋ ਆਏ। ਬਹੁਤ ਸਾਰੇ ਸਿੰਘ, ਬਹੁਤ ਸਾਰੀਆਂ ਸੰਗਤਾਂ, ਜਿਨ੍ਹਾਂ ਨੂੰ ਪਤਾ ਲੱਗਾ ਕਿ ਕਲਗੀਧਰ ਜੀ ਦੀਨੇ ਕਾਂਗੜ ਆਏ ਨੇ, ਉਹ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ 'ਚ ਇੱਥੇ ਆਉਣ ਲੱਗੇ। ਔਰ ਸੁਨੋ ਜੋ ਪਿਛਲਨ ਪਈ। ਹੁਣ ਉਧਰ ਪਿਛਲਿਆਂ ਦੀ ਬਾਤ ਸੁਣੀਏ। ਇਹ ਤਾਂ ਕਲਗੀਧਰ ਜੀ ਦੀਨੇ ਕਾਂਗੜ ਤੱਕ ਆ ਗਏ ਚੱਲਦੇ ਆ। ਹੁਣ ਉਧਰ ਪਿਛਲਿਆਂ ਨਾਲ ਜਿਵੇਂ ਬੀਤੀ, ਜਿਹੜੇ ਸਿੰਘ ਰਹਿ ਗਏ ਸੀ ਪਿੱਛੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਉਹਨਾਂ ਬਾਰੇ ਵੀ ਹੁਣ ਆਪ ਜੀ ਸੁਣੋ। ਯੋ ਸਾਹਿਬਜ਼ਾਦਨ ਛੋਟਨ ਸਿਰ ਵਈ। ਕਿ ਜਿਵੇਂ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਿਰ ਤੇ ਬੀਤੀ ਹੈ, ਉਹ ਵੀ ਹੁਣ ਆਪ ਜੀ ਸੁਣੋ ਧਿਆਨ ਨਾਲ। ਸਰਸਿਓ ਪਇਓ ਬੋਤੋ ਵਿੱਚ ਲੋ। ਜਦੋਂ ਸਰਸਾ ਨਦੀ ਪਾਰ ਕੀਤੀ, ਦਰਿਆਏ ਪਾਰ ਕੀਤਾ ਨਾਲਾ, ਤਾਂ ਇੱਥੇ ਬਹੁਤ ਜ਼ਿਆਦਾ ਸਿੰਘ ਵਿਚਲਿਤ ਹੋਏ। ਇੱਥੇ ਬੜਾ ਵੱਡਾ ਨੁਕਸਾਨ ਸਿੰਘਾਂ ਦਾ ਹੋਇਆ। ਤੁਰੇ ਉਹਾਂ ਤੇ ਲੋਕ ਨਿਜ ਨਿਜ ਦਉ। ਸਰਸੇ ਨਦੀ ਦੇ ਕੰਢੇ ਨੂੰ ਪਾਰ ਕਰਦਿਆਂ ਹੀ ਜਿੱਧਰ ਜਿੱਧਰ ਕਿਸੇ ਦਾ ਦਾ ਲੱਗਾ, ਸਭ ਉਧਰ ਨੂੰ ਚੱਲ ਪਏ। ਆਨੰਦਪੁਰ ਸਾਹਿਬ ਦੇ ਜਿੰਨੇ ਵਾਸੀ ਸਨ, ਉਹਨਾਂ ਨੂੰ ਜਿੱਧਰ ਜਿੱਧਰ ਮੂੰਹ ਲੱਭਾ ਜਾਣ ਵਾਸਤੇ ਉਸੇ ਪਾਸੇ ਚੱਲ ਪਏ। ਰੋਪੜ ਤੱਕ ਗੁਰ ਰੱਖੀ ਸੰਭਾਰਾ। ਰੋਪੜ ਤੱਕ ਤਾਂ ਸਤਿਗੁਰੂ ਜੀ ਸਿੰਘਾਂ ਦੇ ਨਾਲ ਚੱਲ ਕੇ ਆਏ। ਲਿਆਏ ਸਤਿਗੁਰ ਵਾਰਨ ਨਾਰਾ। ਤੇ ਨਾਲਾ ਪਾਰ ਕਰਾ ਕੇ ਸਰਸਾ ਦਾ ਸਤਿਗੁਰੂ ਜੀ ਰੋਪੜ ਤੱਕ ਲੈ ਕੇ ਆਏ। ਦੋਹਰਾ ਉਹਾਂ ਪੋਜੇ ਬੋ ਮਿਲੀ, ਚਾਰ ਤਰਫ ਤੇ ਆਏ। ਤੇ ਨਾਲਾ ਪਾਰ ਕਰਦਿਆਂ ਤੇ ਰੋਪੜ ਦੇ ਵਿਚਕਾਰ ਦੁਸ਼ਮਣਾਂ ਦੀਆਂ ਫੌਜਾਂ ਚਾਰੇ ਪਾਸਿਓਂ ਆ ਟੱਕਰੀਆਂ। ਗੁਰੂ ਪਾਤਸ਼ਾਹ ਜੀ ਰੋਪੜ ਤੋਂ ਚਮਕੌਰ ਦੀ ਗੜੀ ਨੂੰ ਜਾ ਨਿਕਲੇ। ਕੁਝ ਸਿੰਘ ਵੈਰੀਆਂ ਦੇ ਘੇਰੇ 'ਚ ਇੱਥੇ ਲੜਨ ਲੱਗੇ, ਕੁਝ ਰੋਪੜ ਸ਼ਹਿਰ 'ਚ ਵੜ ਗਏ। ਇਸ ਤਰ੍ਹਾਂ ਚਾਰੇ ਪਾਸਿਆਂ ਤੋਂ ਵੈਰੀਆਂ ਦੀ ਫੌਜ ਨੇ ਇੱਥੇ ਆ ਕੇ ਘੇਰਾਬੰਦੀ ਕਰ ਲਈ। ਵੱਡ ਮਾਤਾ ਲੈ ਪੋਤਰਨ ਗਈ, ਵਿਛੜ ਕਿਤ ਦਾਏ। ਵੱਡੇ ਮਾਤਾ ਗੁਜਰੀ ਜੀ ਆਪਣਿਆਂ ਪੋਤਰਿਆਂ ਨੂੰ ਨਾਲ ਲੈ ਕੇ ਇੱਥੋਂ ਵਿਛੜ ਗਏ। ਪਰਿਵਾਰ ਵਿਛੋੜਾ ਸਾਹਿਬ ਤੋਂ ਇੱਥੋਂ ਕੁਝ ਦੂਰੀ ਤੋਂ ਹੀ ਕਹਿੰਦੇ ਇੱਥੇ ਹੀ ਵਿਛੋੜਾ ਜਿਹੜਾ ਉਹ ਮਾਤਾ ਜੀ ਦਾ ਔਰ ਛੋਟੇ ਸਾਹਿਬਜ਼ਾਦਿਆਂ ਦਾ ਸਤਿਗੁਰਾਂ ਨਾਲੋਂ ਹੋਇਆ। ਚੋਪਈ ਅਬ ਔਰ ਸਿੰਘਨ ਸੁਨਾਉ ਗਾਥ। ਹੁਣ ਹੋਰ ਸਿੰਘ ਜਿਹੜੇ ਕੁਝ ਤਾਂ 40 ਕੁ ਸਿੰਘ ਤਾਂ ਸਤਿਗੁਰਾਂ ਦੇ ਨਾਲ ਚਲੇ ਗਏ ਗੜੀ ਵੱਲ। ਜਿਹੜੇ ਹੋਰ ਸਿੰਘ ਸਨ ਉਹਨਾਂ ਦੀ ਬਾਤ ਮੈਂ ਤੁਹਾਨੂੰ ਸਰਵਣ ਕਰਾਵਾਂ, ਸੁਣੋ। ਆਏ ਰੋਪੜ ਲੈ ਸਤਿਗੁਰ ਸਾਥ। ਉਹਨਾਂ ਸੋਚਿਆ ਵੀ ਸਤਿਗੁਰੂ ਜੀ ਇੱਧਰ ਰੋਪੜ ਨਗਰ ਦੇ ਵਿੱਚ ਗਏ ਨੇ, ਤਾਂ ਉਹ ਵੀ ਪਿੱਛੇ ਪਿੱਛੇ ਸਿੰਘ ਜਿਹੜੇ ਪਹਿਲਾਂ ਦੁਸ਼ਮਣਾਂ ਨੂੰ ਰੋਕ ਕੇ ਲੜਦੇ ਆ ਰਹੇ ਸੀ,
ਉਹ ਵੀ ਰੋਪੜ ਸ਼ਹਿਰ ਦੇ ਵਿੱਚ ਆ ਗਏ। ਖੜ ਖੜ ਲੜ ਲੜ ਪਏ ਸ਼ਹੀਦ, ਖੜ ਖੜ ਕੇ ਲੜ ਲੜ ਕੇ ਬੜੇ ਸਿੰਘ ਸ਼ਹੀਦ ਹੋਏ। ਜਿਉਂ ਆਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਲਾਸ਼ਾਂ ਹੀ ਲਾਸ਼ਾਂ ਦੁਸ਼ਮਣਾਂ ਦੀਆਂ ਵੀ ਖਿਲਰੀਆਂ ਪਈਆਂ ਨੇ, ਬਹੁਤ ਸਾਰੇ ਸਿੰਘ ਵੀ ਸ਼ਹੀਦੀਆਂ ਪਾ ਗਏ ਨੇ। ਕਹੇ ਗੁਰੂ ਕਿਮ ਜਾਏ ਵਗੀਦ, ਸਿੰਘਾਂ ਦੇ ਮਨ 'ਚ ਇਹ ਸੀ ਕਿ ਅਸੀਂ ਦੁਸ਼ਮਣ ਨੂੰ ਰੋਕ ਕੇ ਰੱਖੀਏ, ਕਿਉਂਕਿ ਪਿੱਛੋਂ ਦੁਸ਼ਮਣ ਵੱਧ ਤਾਕਤ ਨਾਲ ਆ ਰਿਹਾ ਸੀ, ਕਿ ਕਿਸੇ ਤਰੀਕੇ ਕਲਗੀਧਰ ਜੀ ਇੱਥੋਂ ਨਿਕਲ ਕੇ ਦੂਰ ਚਲੇ ਜਾਣ, ਸਾਡੀ ਕੋਈ ਗੱਲ ਨਹੀਂ, ਅਸੀਂ ਇੱਥੇ ਸ਼ਹੀਦੀਆਂ ਪਾ ਜਾਈਏ, ਪਰ ਸਤਿਗੁਰਾਂ ਨੂੰ ਇੱਥੋਂ ਕਿਸੇ ਤਰੀਕੇ ਕੱਢ ਕੇ ਦੂਰ ਭੇਜ ਦਈਏ। ਇਹ ਪ੍ਰਣ ਕਰਕੇ ਉਹ ਸਿੰਘ ਅੜ ਕੇ ਖਲੋਤੇ ਰਹੇ, ਬੜੇ ਡਟ ਕੇ ਉਹਨਾਂ ਨੇ ਦੁਸ਼ਮਣ ਦਾ ਅੱਗਾ ਰੋਕ ਕੇ ਰੱਖਿਆ। ਸਰਸਾ ਪਰਬੋ ਪਰਬਤੀ ਅਕਾਏ, ਪਹਿਲਾਂ ਸਰਸਾ ਨਦੀ ਦੇ ਕੰਢੇ ਤੇ ਬੜਾ ਜੰਗ ਹੋਇਆ, ਇੱਥੇ ਬੜੇ ਪਹਾੜੀਆਂ ਦੇ ਨਾਲ ਗਹਿ ਗੱਚ ਜੰਗ ਹੋਇਆ। ਹਿਮ ਕਰ ਪਹੁੰਚੇ ਰੋਪੜ ਆਏ, ਉਹਨਾਂ ਪਰਬਤੀਆਂ ਨੂੰ ਚੰਗੀ ਤਰ੍ਹਾਂ ਅਕਾ ਕੇ ਫਿਰ ਚਲਦਿਆਂ ਚਲਦਿਆਂ ਸਹਿਜੇ ਸਹਿਜੇ ਕਦਮ ਪੁੱਟਦਿਆਂ ਇਹ ਸਿੰਘ ਰੋਪੜ ਨਗਰ ਵਿੱਚ ਆਏ। ਇਹਨਾਂ ਨੂੰ ਕਲਗੀਧਰ ਜੀ ਸਿੰਘਾਂ ਤੋਂ ਪਹਿਲਾਂ ਹੀ ਅੱਗੇ ਲੰਘ ਗਏ ਸੀ, ਕੁਝ ਸਿੰਘਾਂ ਸਮੇਤ। ਇਹ ਪਿਛਲੇ ਸਿੰਘ ਜਿਹੜੇ ਦੁਸ਼ਮਣਾਂ ਨੂੰ ਰੋਕੀ ਖੜੇ ਸਨ, ਜਿਨ੍ਹਾਂ ਚੋਂ ਭਾਈ ਉਹਦੇ ਸਿੰਘ ਜੀ ਵਰਗੇ ਪਿੱਛੇ ਸ਼ਹੀਦੀਆਂ ਪਾ ਗਏ ਸਨ, ਤੋ ਉਹ ਸਾਰੇ ਸਿੰਘ ਚਲਦੇ ਚਲਦੇ ਸਹਿਜੇ ਸਹਿਜੇ ਰੋਪੜ ਵੱਲ ਆਏ। ਰੋਪੜੀਅਨ ਦਏ ਬੂਏ ਖੋਲ, ਅੱਗੇ ਜਿਹੜੇ ਰੋਪੜ ਦੇ ਪਠਾਨ ਸੀ ਉਹਨਾਂ ਨੇ ਦਰਵਾਜ਼ੇ ਖੋਲੇ ਸਿੰਘਾਂ ਨਾਲ ਵਿਸਾਘਾਤ ਕਰਨ ਲਈ, ਖਾਲਸੇ ਨਾਲ ਵਿਸਾਘਾਤ ਕਰਨ ਲਈ। ਕਹੇ ਗੁਰੂ ਰਹਿ ਹਮਰੇ ਕੋਲ, ਜਾਣ ਕੇ ਉਹਨਾਂ ਨੇ ਝੂਠ ਬੋਲਿਆ, ਕਹਿੰਦੇ ਸਿੰਘੋ ਆਜੋ ਆਜੋ, ਗੁਰੂ ਜੀ ਸਾਡੇ ਕੋਲ ਨਹੀਂ, ਅਸੀਂ ਉਹਨਾਂ ਨੂੰ ਰੋਪੜ 'ਚ ਲੁਕਾਇਆ ਹੋਇਆ। ਹੁਣ ਪਿਛਲਿਆਂ ਸਿੰਘਾਂ ਨੂੰ ਅੱਗੇ ਕੀ ਖਬਰ ਸੀ ਵੀ ਗੁਰੂ ਸਾਹਿਬ ਕਿੱਧਰ ਗਏ ਨੇ? ਉਹਨਾਂ ਦੇ ਭਾਣੇ ਤਾਂ ਇਹ ਸੀ ਵੀ ਸ਼ਾਇਦ ਸਤਿਗੁਰੂ ਜੀ ਰੋਪੜ 'ਚ ਹੀ ਹੋਣਗੇ। ਤੇ ਰੋਪੜ ਦੇ ਜਿਹੜੇ ਪਠਾਨ ਸੀ ਇਹਨਾਂ ਨੇ ਆ ਕੇ ਸਿੰਘਾਂ ਨੂੰ ਇਹ ਗੱਲ ਕਹਿ ਕੇ ਵਰਗਲਾਇਆ ਕਿ ਗੁਰੂ ਜੀ ਸਾਡੇ ਕੋਲ ਨੇ, ਤੁਸੀਂ ਵੀ ਆ ਜਾਓ ਸਾਡੇ ਕੋਲ। ਦੋਏ ਦੋਏ ਚਾਰ ਚਾਰ ਲਏ ਵਾਰ, ਇਹਨਾਂ ਪਠਾਣਾ ਨੇ ਕੀ ਕੀਤਾ, ਦੋ ਦੋ ਸਿੰਘ ਕਿਤੇ ਚਾਰ ਸਿੰਘ ਆਪਣੇ ਘਰਾਂ 'ਚ ਵਾੜ ਲਏ ਖੋਲ ਕੇ ਦਰਵਾਜ਼ੇ, ਇਕੱਠਿਆਂ ਨੂੰ ਨਹੀਂ, ਇੱਕ ਜਗ੍ਹਾ ਤੇ ਰੱਖਿਆ, ਕਿਤੇ ਦੋ ਕਿਤੇ ਇੱਕ ਕਿਤੇ ਚਾਰ, ਏਦਾਂ ਆਪਣੇ ਘਰਾਂ ਵਿੱਚ ਸਿੰਘ ਰੋਪੜ ਵਿੱਚ ਵਾੜ ਲਏ। ਲੂਟ ਕੂਟ ਦੇ ਤਿਤਈ ਮਾਰ, ਤੇ ਫਿਰ ਉਹਨਾਂ ਸਿੰਘਾਂ ਨੂੰ ਘਰਾਂ 'ਚ ਵਾੜ ਕੇ ਇਹਨਾਂ ਨੇ ਪਹਿਲਾਂ ਤਿਆਰੀ ਕੀਤੀ ਹੋਈ ਸੀ। ਘਰਾਂ 'ਚ ਵੜਿਆਂ ਸਿੰਘਾਂ ਦੇ ਉੱਤੇ ਵਿਸਾਘਾਤ ਕਰਕੇ ਇਹਨਾਂ ਨੇ ਲੁੱਟ ਖਸੁੱਟ ਕੀਤੀ, ਉਹਨਾਂ ਸਿੰਘਾਂ ਨੂੰ ਮਾਰਿਆ। ਜਿਹੜੇ ਸਿੰਘ ਅੱਗੋਂ ਲੜ ਸਕੇ ਉਹਨਾਂ ਨੇ ਲੜ ਕੇ ਮੁਕਾਬਲਾ ਕੀਤਾ। ਏਦਾਂ ਬਹੁਤ ਸਾਰੇ ਸਿੰਘਾਂ ਨੂੰ ਘਰਾਂ ਵਿੱਚ ਬਾੜ ਕੇ ਇਹਨਾਂ ਮਲੇਛਾਂ ਨੇ ਸ਼ਹੀਦ ਕੀਤਾ। ਕਿਤਕ ਸਿੰਘ ਜੋ ਕੋਟਲੇ ਵੜ ਰਹੇ, ਕੁਝ ਸਿੰਘ ਅੱਗੇ ਕੋਟਲਾ ਨਗਰ ਹੈ, ਕੋਟਲਾ ਨਿਹੰਗ ਖਾਂ, ਉਧਰ ਨੂੰ ਚਲੇ ਗਏ ਸਨ। ਚਲਦੇ ਚਲਦੇ ਨੈ ਉਨ ਖੋਏ ਉਹ ਮਾਰੇ ਨਹੀਂ, ਜਿਹੜੇ ਕੋਟਲੇ ਨਿਹੰਗ ਖਾਂ ਦੇ ਕੋਲ ਗਏ ਨਾ ਸਿੰਘ, ਉਹਨੇ ਨਹੀਂ ਸਿੰਘਾਂ ਦਾ ਕੋਈ ਨੁਕਸਾਨ ਕੀਤਾ। ਰੋਪੜ ਵਾਲੇ ਪਠਾਣਾ ਨੇ ਬੜਾ ਨੁਕਸਾਨ ਕੀਤਾ, ਸਿੰਘਾਂ ਨੂੰ ਸ਼ਹੀਦ ਵੀ ਕਰ ਦਿੱਤਾ, ਕੁਝ ਸਿੰਘ ਜਾਨ ਬਚਾ ਕੇ ਨਿਕਲੇ ਵੀ। ਜਿਹੜੇ ਕੋਟਲੇ ਨਿਹੰਗ ਖਾਂ ਕੋਲ ਗਏ, ਉੱਥੇ ਕੋਟਲੇ ਨਿਹੰਗ ਖਾਂ ਨੇ ਆਪਣੇ ਕੋਟਲੇ ਨਗਰ ਵਿੱਚ ਸਿੰਘਾਂ ਦੀ ਆਓ ਭਗਤ ਕੀਤੀ, ਉਹਨਾਂ ਦੀ ਸੰਭਾਲ ਕੀਤੀ। ਜ਼ਖਮੀ ਹੋਏ ਤੈ ਬਚਿੱਤਰ ਸਿੰਘ ਵਰਿਓ, ਬਾਬਾ ਬਚਿੱਤਰ ਸਿੰਘ ਜੀ ਇੱਥੇ ਜ਼ਖਮੀ ਹਾਲਤ ਵਿੱਚ ਸਨ, ਉਹ ਵੀ ਕੋਟਲੇ ਨਿਹੰਗ ਖਾਂ ਦੇ ਘਰ ਵੜੇ ਹਨ। ਪਠਾਨ ਖਾਂ ਨੇ ਉਸ ਚੰਗੇ ਕਰਿਓ, ਉਹਨੇ ਬਾਬਾ ਬਚਿੱਤਰ ਸਿੰਘ ਹੋਣਾ ਦਾ ਇਲਾਜ ਵੀ ਕਰਵਾਇਆ, ਪਰ ਬਾਬਾ ਜੀ ਇੰਨੇ ਜ਼ਿਆਦਾ ਜ਼ਖਮੀ ਸਨ ਕਿ ਉਹ ਸ਼ਹੀਦੀ ਪ੍ਰਾਪਤ ਕਰ ਗਏ। ਹੋਰ ਵੀ ਜਿਹੜੇ ਸਿੰਘ ਜ਼ਖਮੀ ਹਾਲਤ ਵਿੱਚ ਸਨ, ਕੋਟਲੇ ਨਿਹੰਗ ਖਾਂ ਨੇ ਉਹਨਾਂ ਦੀ ਸੇਵਾ ਕੀਤੀ, ਜ਼ਖਮੀ ਸਿੰਘਾਂ ਦਾ ਮਲਮ ਪੱਟੀ ਕਰਕੇ ਇਲਾਜ ਕੀਤਾ। ਔਰ ਸਿੰਘ ਜੋ ਜ਼ਖਮੀ ਗਏ, ਹੋਰ ਵੀ ਜਿਹੜੇ ਜ਼ਖਮੀ ਸਿੰਘ ਇਹਨਾਂ ਦੇ ਕੋਲ ਆਏ, ਵੈ ਪੀ ਉਸ ਥੈ ਚੰਗੇ ਕਰੇ, ਉਹਨਾਂ ਨੂੰ ਵੀ ਕੋਟਲੇ ਨਿਹੰਗ ਖਾਂ ਨੇ ਚੰਗੇ ਕੀਤਾ, ਯਾਨੀ ਕਿ ਉਹਨਾਂ ਦੇ ਜ਼ਖਮਾਂ ਦਾ ਇਲਾਜ ਕੀਤਾ। ਕੁਝ ਕਾਂ ਨੂੰ ਲੁਕੋ ਕੇ ਰੱਖਿਆ, ਕੁਝ ਕਾਂ ਨੂੰ ਕਿਸੇ ਤਰੀਕੇ ਉੱਥੋਂ ਅੱਗੇ ਨੂੰ ਕੱਢ ਦਿੱਤਾ। ਦੋਹਰਾ ਕਈ ਵਾਰ ਉਹ ਪਠਾਨ ਥੋ ਜਾਏ ਰਹਿ ਤੋ ਗੁਰੂ ਹਜੂਰ। ਇਹ ਜਿਹੜੇ ਰੋਪੜ ਦੇ ਪਠਾਨ ਨੇ ਤੇ ਕੋਟਲੇ ਦਾ ਨਿਹੰਗ ਖਾਂ ਪਠਾਨ ਹੈ, ਇਹ ਅਕਸਰ ਕਈ ਵਾਰ ਸਤਿਗੁਰਾਂ ਦੇ ਕੋਲ ਜਾਂਦੇ ਸਨ ਆਨੰਦਪੁਰ ਸਾਹਿਬ,
ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰਦੇ ਸੀ, ਸਤਿਗੁਰਾਂ ਦੇ ਹਜ਼ੂਰ ਰਹਿੰਦੇ ਸੀ, ਘੋੜਿਆਂ ਦਾ ਵਪਾਰ ਵੀ ਕਰਦੇ ਸਨ। ਘੋੜੇ ਜੋੜੇ ਉਸ ਚੰਗੇ ਕਰ ਖੁਸ਼ੀਆਂ ਦੇਤ ਹਜ਼ੂਰ। ਸਤਿਗੁਰੂ ਜੀ ਨਾਲ ਰੋਪੜ ਦੇ ਪਠਾਣਾ ਤੇ ਕਈ ਵਾਰ ਖੁਸ਼ੀਆਂ ਕਰਦੇ, ਇਹਨਾਂ ਨੂੰ ਆਪਣੇ ਕੋਲ ਭਰਤੀ ਵੀ ਕੀਤਾ ਹੋਇਆ ਤੇ ਘੋੜਿਆਂ ਦੀਆਂ ਜੋੜੀਆਂ ਇਹਨਾਂ ਨੂੰ ਬਖਸ਼ਦੇ ਸਨ। ਚੌਪਈ ਅਬ ਅੱਗੇ ਫੇਰ ਸੁਨੋ ਵੈ ਬਾਤ। ਹੁਣ ਅੱਗੇ ਹੋਰ ਬਾਤ ਕਥਾ ਸੁਣੋ। ਜਿਮ ਕੀਏ ਬਜੀਦੇ ਸ਼ੀਰ ਖੋਰ ਕਾਤ। ਇਹ ਤਾਂ ਸੀ ਉਹਨਾਂ ਸਿੰਘਾਂ ਦੀ ਹਾਲਤ। ਹੁਣ ਸਾਹਿਬਜ਼ਾਦਿਆਂ ਬਾਰੇ ਸੁਣੋ ਕਿ ਜਿਵੇਂ ਬਜੀਦੇ ਪਾਪੀ ਨੇ, ਸ਼ੀਰ ਖੋਰੇ ਜਿਨ੍ਹਾਂ ਦੇ ਹਾਲੇ ਦੰਦ ਨਹੀਂ ਸਨ ਟੁੱਟੇ ਦੁੱਧ ਵਾਲੇ, ਉਹਨਾਂ ਸ਼ੀਰ ਖੋਰੇ ਬੱਚਿਆਂ ਦਾ ਜਿਵੇਂ ਘਾਤ ਕੀਤਾ, ਕਤਲ ਕੀਤਾ, ਹੁਣ ਉਹ ਕਥਾ ਸੁਣੋ। ਰੋਪੜੋਂ ਜੁਦੀ ਮਾਤੋਂ ਨਕੀਨੀ। ਇਹਦਾ ਰੋਪੜ ਦੇ ਨੇੜਿਓਂ ਮਾਤਾ ਜੀ, ਛੋਟੇ ਸਾਹਿਬਜ਼ਾਦੇ ਇਹ ਵਹੀਰ ਨਾਲੋਂ, ਸਤਿਗੁਰਾਂ ਨਾਲੋਂ ਵੱਖਰੇ ਹੋ ਗਏ। ਹੁਤੋ ਬਰਾਮਨ ਰਸੋਈਓ ਮਤਹੀਨੀ। ਇੱਕ ਮਤ ਤੋਂ ਹੀਣਾ ਗੰਗੂ ਬਾਹਮਣ ਸੀ ਜਿਹੜਾ ਸਤਿਗੁਰਾਂ ਦੇ ਦਰ ਘਰ ਦਾ ਰਸੋਈਆ ਸੀ। ਇਹ ਮਲੇਛ ਭਾਵੇਂ ਬ੍ਰਾਹਮਣ ਹੈ ਪਰ ਕਰਮ ਇਹਦੇ ਮਲੇਛਾਂ ਵਾਲੇ ਹਨ। ਉਸਕੇ ਮਨ ਮੈਂ ਵੱਡ ਲੋਭ ਆਇਓ। ਗੰਗੂ ਬਾਹਮਣ ਦੇ ਮਨ ਵਿੱਚ ਬੜਾ ਵੱਡਾ ਲਾਲਚ ਤੇ ਲੋਭ ਆਇਆ। ਬੜਾ ਲੋਭ ਜਿਹੜਾ ਹੈ ਬੜੇ ਵੱਡੇ ਪਾਪ ਕਰਾਉਂਦਾ ਬੰਦੇ ਕੋਲੋਂ। ਗੰਗੂ ਬਾਹਮਣ ਦੇ ਮਨ ਦੇ ਵਿੱਚ ਲਾਲਚ ਆਇਆ, ਲੋਭ ਆਇਆ। ਉਨ ਦੇਖੇ ਉਥੋਂ ਜੋ ਮਾਤ ਚੁਕਾਇਓ। ਇਹਨੇ ਵੇਖਿਆ ਸੀ ਕਿ ਮਾਤਾ ਜੀ ਕੋਲ ਖਜ਼ਾਨਾ, ਖੁੱਲਾ ਖਜ਼ਾਨਾ ਹੈ। ਮਾਤਾ ਜੀ ਦੇ ਕੋਲ ਅਸ਼ਰਫੀਆਂ ਨੇ ਸੋਨੇ ਦੀਆਂ, ਕੁਝ ਹੀਰੇ ਮੋਤੀ ਜਵਾਹਰਾਤ ਵੀ ਹਨ ਮਾਤਾ ਜੀ ਦੇ ਪਾਸ। ਉਹ ਇਹਨੇ ਵੇਖੇ ਸਨ ਗੰਗੂ ਬਾਹਮਣ ਨੇ। ਹੀਰੇ ਮੋਤੀ ਮਾਣਕ ਸਬਜ਼ੇ। ਵੇਖਿਆ ਸੀ ਕਿ ਮਾਤਾ ਜੀ ਨੇ ਕੁਝ ਖਜ਼ਾਨਾ ਆਪਣੇ ਨਾਲ ਬੰਨ ਕੇ ਪੋਟਲੀ 'ਚ ਰੱਖਿਆ ਹੋਇਆ। ਉਤੋਂ ਗੱਲਿਓ ਬਾਹਮਣ ਜਿਤ ਗਜ਼ਬੈ। ਤੇ ਇਹ ਬਾਹਮਣ ਨੇ ਇਸ ਗੱਲਿਓਂ ਗਜਬ ਕਰਨ ਵਾਸਤੇ, ਇਹ ਭੈੜਾ ਕਰਮ ਕਰਨ ਵਾਸਤੇ ਆਪਣੇ ਮਨ 'ਚ ਸੋਚਿਆ ਕਿ ਕਿਸੇ ਤਰੀਕੇ ਮਾਤਾ ਜੀ ਦੇ ਪਾਸੋਂ ਉਹਨਾਂ ਦੇ ਕੋਲ ਜਿਹੜਾ ਇਹ ਖਜ਼ਾਨਾ ਹੈ ਇਹ ਮੈਂ ਆਪਣੇ ਕਾਬੂ ਕਰ ਲਵਾਂ। ਲੈ ਮਾਤਾ ਨਿਜ ਗਿਓ ਗਰਾਮ। ਇਹ ਪਾਪੀ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਵਾਲੇ ਪਾਸੇ ਵਧਿਆ। ਸਹੇੜੀ ਥੋ ਉਸ ਕੋ ਨਾਮ। ਇਸ ਪਾਪੀ ਦੇ ਪਿੰਡ ਦਾ ਨਾਮ ਸੀ ਸਹੇੜੀ। ਪਹਿਲਾ ਨਾਮ ਖੇੜੀ ਸੀ, ਬਾਅਦ 'ਚ ਸਹੇੜੀ ਨਗਰ ਪਿਆ। ਖੇੜੀ ਵੀ ਇਹਦਾ ਨਾਂ ਸੀ। ਪਹਿਲਾਂ ਜਿਹੜਾ ਖੇੜੀ ਨਾਂ ਦਾ ਪਿੰਡ ਸੀ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜ ਕੇ ਥੇ ਬਣਾ ਦਿੱਤਾ ਸੀ। ਦੁਬਾਰਾ ਫਿਰ ਉਹਦੇ ਨੇੜੇ ਜਿਹੜਾ ਨਗਰ ਵਸਿਆ ਉਹਦਾ ਨਾਮ ਸਹੇੜੀ ਰੱਖਿਆ ਗਿਆ। ਉੱਥੋਂ ਦਾ ਇਹ ਪਾਪੀ ਰਹਿਣ ਵਾਲਾ ਸੀ ਗੰਗੂ ਬਾਹਮਣ। ਇਹ ਮਾਤਾ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਗਰ ਸਹੇੜੀ ਲੈ ਗਿਆ। ਜਾਏ ਉਜਾੜ ਮਦ ਢੱਕ ਬਹਾਈ। ਪਹਿਲਾਂ ਪਿੰਡ 'ਚ ਨਹੀਂ ਲੈ ਕੇ ਗਿਆ, ਪਹਿਲਾਂ ਪਿੰਡੋਂ ਬਾਹਰ ਇਹਨੇ ਉਜਾੜ ਦੇ ਵਿੱਚ ਮਾਤਾ ਜੀ ਦਾ ਡੇਰਾ ਕਰਵਾਇਆ ਤੇ ਉਹਨਾਂ ਨੂੰ ਲੁਕੋ ਕੇ ਰੱਖਿਆ। ਚੀਜ਼ ਸਭੀ ਉਨ ਕਰੀ ਕਬਜਾਈ। ਤੇ ਮਾਤਾ ਜੀ ਨੂੰ ਕਹਿੰਦਾ, ਮਾਤਾ ਜੀ ਇਹ ਜਿਹੜਾ ਤੁਹਾਡੇ ਕੋਲ ਰਾਜ ਸਾਜ ਹੈ ਵੀ ਇੱਥੇ ਬਾਹਰ ਬੈਠੇ ਹੋ ਜੰਗਲ 'ਚ ਤੇ ਇੱਥੇ ਚੰਗਾ ਨਹੀਂ ਰੱਖਣਾ, ਵੀ ਇਹ ਤੁਸੀਂ ਮੈਨੂੰ ਦੇ ਦਿਓ। ਮਾਤਾ ਜੀ ਕੋਲ ਜੋ ਵੀ ਰਾਗ ਸਾਗ ਸੀ ਇਹਨੇ ਆਪਣੇ ਕਬਜ਼ੇ 'ਚ ਕਰ ਲਿਆ। ਕਹੇ ਮਾਤਾ ਹਮ ਜ਼ਮੀਨ ਦਬਾਈ। ਕਹਿੰਦਾ ਮਾਤਾ ਜੀ ਇਹ ਜਿਹੜੇ ਤੁਹਾਡੇ ਹੀਰੇ ਮੋਤੀ ਨੇ, ਆ ਜਿਹੜੀ ਮਾਇਆ ਇਹ ਮੈਂ ਜ਼ਮੀਨ 'ਚ ਦੱਬ ਦਿੰਨਾ ਤੇ ਜ਼ਮੀਨ 'ਚ ਦੱਬੀ ਜਿਹੜੀ ਹੈ ਸਾਂਭੀ ਰਹੇਗੀ। ਤੁਮ ਮਨ ਚਿੰਤਾ ਕਰਿਓ ਨਾ ਕਾਈ। ਮਾਤਾ ਜੀ ਚਿੰਤਾ ਨਾ ਕਰਿਓ ਤੁਸੀਂ ਕਿਸੇ ਚੀਜ਼ ਦੀ, ਮੈਂ ਤੁਹਾਡਾ ਇਹ ਸਾਰਾ ਸਮਾਨ ਸੰਭਾਲ ਕੇ ਰੱਖਾਂਗਾ। ਮਾਤਾ ਕਹੇ ਹਮ ਚਿੰਤਾ ਜਾਨ। ਮਾਤਾ ਜੀ ਕਹਿਣ ਲੱਗੇ, ਗੰਗੂ ਸਾਨੂੰ ਇਹਨਾਂ ਪੈਸਿਆਂ ਰੁਪਈਆਂ ਦੀ ਚਿੰਤਾ ਨਹੀਂ, ਮੈਨੂੰ ਤਾਂ ਚਿੰਤਾ ਆਪਣੇ ਨਾ ਬੱਚਿਆਂ ਦੀ ਜਾਨ ਦੀ ਚਿੰਤਾ ਹੈ। ਹਮਕੋ ਬਹਾਓ ਕਿਤੇ ਕਲਬ ਮਕਾਨ। ਸਾਨੂੰ ਕਿਸੇ ਕੱਲੇ ਜੇ ਥਾਂ ਤੇ ਇਕਾਂਤ ਵਿੱਚ ਮਕਾਨ ਵਿੱਚ ਲੁਕੋ ਕੇ ਬਿਠਾ ਦੇ, ਜਿੱਥੇ ਅਸੀਂ ਕੁਝ ਸਮਾਂ ਲੁਕ ਕੇ ਜਦੋਂ ਤੱਕ ਸ਼ਾਂਤੀ ਨਹੀਂ ਹੁੰਦੀ ਬਹਿ ਸਕੀਏ, ਇਹੋ ਜੀ ਜਗ੍ਹਾ ਤੇ ਸਾਨੂੰ ਬਿਠਾ। ਤੂੰ ਇੱਥੇ ਬਾਹਰ ਉਜਾੜ ਚ ਲਿਆ ਕੇ ਬਿਠਾ ਛੱਡਿਆ, ਕੋਈ ਕੱਲਾ ਜਿਹਾ ਮਕਾਨ ਹੋਵੇ ਉੱਥੇ ਸਾਡਾ ਉਤਾਰਾ ਕਰਵਾ। ਦੋਹਰਾ ਤੇ ਬਾਮਨ ਨਿਸ ਘਰ ਨਿਜੈ
ਮਾਤਾ ਰਖੀ ਬਹਾਏ। ਇਸ ਪਾਪੀ ਬਾਹਮਣ ਨੇ ਰਾਤ ਦੇ ਸਮੇਂ ਮਾਤਾ ਜੀ ਨੂੰ ਆਪਣੇ ਘਰ ਲਿਆਂਦਾ। ਮਾਤਾ ਜੀ ਦਾ ਬਹੁਤ ਸਾਰਾ ਰਾਜ ਸਾਜ ਇਹਨੇ ਚੋਰੀ ਕਰ ਲਿਆ ਔਰ ਮਾਤਾ ਜੀ ਨੂੰ ਆਪਣੇ ਘਰ ਲਿਆ ਕੇ ਉਤਾਰਾ ਕਰਵਾਇਆ ਸਾਹਿਬਜ਼ਾਦਿਆਂ ਸਮੇਤ। ਪਰ ਰੰਗੜਨ ਮੋਰਿੰਡੇ ਕਹੇ ਮੋਹਿ ਮਿਲਾਓ ਨਿਭਾਬੇ ਜਾਏ। ਤੇ ਪਾਪੀ ਦੇ ਮਨ 'ਚ ਇਹ ਸੀ ਵੀ ਜੇ ਕਿਤੇ ਮਾਤਾ ਜੀ ਨੂੰ ਨਾ ਫੜਾਇਆ ਜਾਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੇ ਬਾਅਦ 'ਚ ਮੇਰੇ ਕੋਲੋਂ ਪੈਸੇ ਮੰਗਣੇ ਆ। ਉਹਨਾਂ ਦਾ ਜਿਹੜਾ ਰਾਜ ਸਾਜ ਆ ਉਹ ਕਹਿਣਗੇ ਲਿਆ ਗੰਗੂ ਸਾਡਾ, ਇਹਨਾਂ ਨੂੰ ਫੜਾ ਦਿਆਂ ਤੇ ਉਹ ਬਾਅਦ 'ਚ ਮੇਰਾ ਹੋਵੇਗਾ। ਇਹ ਬਿਰਤੀ ਧਾਰਨ ਕਰਕੇ ਮੁਰੰਡੇ ਗਿਆ। ਮੁਰੰਡੇ ਦੇ 2 ਰੰਗੜ ਪਠਾਨ ਸਨ ਇੱਥੋਂ ਦੇ ਕੋਤਵਾਲ। ਇੱਕ ਦਾ ਨਾਂ ਜਾਨੀ ਖਾਂ ਸੀ, ਦੂਜੇ ਦਾ ਨਾਂ ਮਾਨੀ ਖਾਂ ਸੀ। ਉਹਨਾਂ ਕੋਲ ਜਾ ਕੇ ਕਹਿਣ ਲੱਗਾ ਕਿ ਤੁਸੀਂ ਮੇਰੀ ਨਵਾਬ ਨਾਲ ਮੁਲਾਕਾਤ ਕਰਾਓ, ਸੂਬੇ ਸਰਹੰਦ ਨਾਲ, ਤੇ ਮੈਂ ਤੁਹਾਨੂੰ ਇੱਕ ਬੜਾ ਵੱਡਾ ਮੋਰਚਾ ਫਤਿਹ ਕਰਾਵਾਂਗਾ, ਗੁਰੂ ਦੀ ਮਾਤਾ ਤੇ ਗੁਰੂ ਦੇ ਬੱਚੇ ਪਕੜਾਵਾਂਗਾ। ਚੋਪਈ ਮੈਂ ਦੇਵਾਂਗੋ ਗੁਰ ਪੁੱਤਰ ਫੜਵਾਏ। ਮੈਂ ਗੁਰੂ ਦੇ ਪੁੱਤਰ ਫੜਵਾਵਾਂਗਾ, ਮੋਕੋ ਦਿਓ ਇਨਾਮ ਦਿਵਾਏ। ਬਸ ਮੈਨੂੰ ਇਨਾਮ ਦਵਾ ਦਿਓ ਨਵਾਬ ਸਾਹਿਬ ਕੋਲੋਂ, ਸੂਬੇ ਸਰਹੰਦ ਕੋਲੋਂ। ਜ਼ਿਮੀਂਦਾਰੋ ਰੰਗੜ ਨਾ ਕੀਓ। ਕਹਿੰਦੇ ਉਹ ਜਿਹੜੇ ਰੰਗੜ ਸਨ ਉਹਨਾਂ ਨੇ ਉਸ ਵੇਲੇ ਇਹਦੇ ਤੇ ਪਹਿਲਾਂ ਪੂਰਾ ਯਕੀਨ ਨਹੀਂ ਕੀਤਾ। ਤੁਰਤ ਬਾਮਨ ਉਨ ਸੰਗ ਲੈ ਲਿਓ। ਉਹਨਾਂ ਛੇਤੀ ਨਾਲ ਇਸ ਬਾਹਮਣ ਨੂੰ ਆਪਣੇ ਨਾਲ ਲਿਆ, ਗੰਗੂ ਨੂੰ। ਬਾਮੜ ਮੋੜ ਸ਼ਤਾਬੀ ਲਿਓ। ਤੇ ਬਾਹਮਣ ਨੂੰ ਬੜੀ ਛੇਤੀ ਨਾਲ ਮੋੜ ਕੇ ਕਹਿੰਦੇ ਵਿਖਾ ਸਾਨੂੰ ਕਿਹੜੇ ਨੇ ਗੁਰੂ ਕੇ ਬੱਚੇ। ਦਏ ਦਿਖਾਲ ਉਨ ਚੋਕਸ ਭਇਓ। ਇਹਨੇ ਪਹਿਲਾਂ ਵਿਖਾਏ ਸਾਹਿਬਜ਼ਾਦੇ ਤੇ ਏਦਾਂ ਇਹ ਜਾਨੀ ਖਾਂ ਮਾਨੀ ਖਾਂ ਜਿਹੜੇ ਸਨ ਚੌਕਸ ਹੋ ਗਏ। ਜਾਨੀ ਮਾਨੀ ਰੰਗੜ ਦੋਏ ਭਾਈ। ਇਹ ਦੋਵੇਂ ਭਰਾ ਸੀ, ਜਾਨੀ ਖਾਂ ਤੇ ਮਾਨੀ ਖਾਂ ਰੰਗੜ ਸਨ। ਉਨ ਆਨ ਮੋਰਿੰਡੇ ਕਰ ਰਖੇ ਬਹਾਈ। ਇਹਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ, ਸਹੇੜੀ ਤੋਂ ਲੈ ਕੇ ਆਪਣੇ ਕੋਲ ਮਰਿੰਡੇ ਕੋਤਵਾਲੀ ਚ ਲਿਆ ਕੇ ਰੱਖਿਆ। ਜਿੱਥੇ ਸਾਹਿਬਜ਼ਾਦਿਆਂ ਨੂੰ ਨਜ਼ਰਬੰਦ ਕੀਤਾ ਉੱਥੇ ਕੋਤਵਾਲੀ ਪੁਰਾਣੀ ਬਣੀ ਹਾਲੇ ਵੀ ਮੌਜੂਦ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਉੱਥੇ ਲਿਆ ਕੇ ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਦੇ ਸਮੇਤ ਰੱਖਿਆ। ਇੱਕ ਸਾਂਬੇ ਇੱਕ ਗਇਓ ਸਰਹੰਦ। ਇਹਨਾਂ ਦੋਨਾਂ ਵਿੱਚੋਂ ਇੱਕ ਨੇ ਉੱਥੇ ਨਜ਼ਰ ਰੱਖੀ, ਇੱਕ ਸਰਹੰਦ ਗਿਆ ਸੂਬੇ ਸਰਹੰਦ ਨੂੰ ਖਬਰ ਦੇਣ ਲਈ। ਫੜਾਏ ਵਜੀਦੇ ਕਰ ਦਏ ਬੰਦ। ਔਰ ਵਜੀਦੇ ਕੋਲ ਜਾ ਕੇ ਖਬਰ ਦੇ ਕੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਬੇੜੀਆਂ ਵਿੱਚ ਜਕੜ ਕੇ ਇਹ ਮੁਰਿੰਡੇ ਤੋਂ ਲੈ ਕੇ ਸਰਹੰਦ ਆਏ ਤੇ ਸੂਬੇ ਸਰਹੰਦ ਦੇ ਹਵਾਲੇ ਕਰ ਦਿੱਤਾ। ਦਿਵੋ ਇਨਾਮ ਗੁਰ ਪੁੱਤਰ ਫੜਵਾਵੋ। ਇਹ ਜਿਹੜੇ ਕਹਿੰਦਾ ਸੀ ਨਾ ਗੰਗੂ ਵੀ ਮੈਨੂੰ ਇਨਾਮ ਦਿਓ, ਉਹਨੂੰ ਨਹੀਂ ਇਹਨਾਂ ਨੇ ਨਾਮ ਦਿੱਤਾ। ਜਾਨੀ ਖਾਂ ਮਾਨੀ ਖਾਂ ਕਹਿੰਦੇ ਜੀ ਅਸੀਂ ਫੜਾ ਕੇ ਤੁਹਾਨੂੰ ਚੱਲੇ ਆ ਵਜ਼ੀਰ ਖਾਂ ਜੀ, ਇਨਾਮ ਸਾਨੂੰ ਦਿਓ। ਇਹਨਾਂ ਨੇ ਗੰਗੂ ਨੂੰ ਵਿੱਚੋਂ ਕੱਢ ਹੀ ਦਿੱਤਾ ਵੀ ਉਹਨੇ ਫੜਾਏ ਸਨ। ਇਹਨਾਂ ਆਖਿਆ ਅਸੀਂ ਗੰਗੂ ਨੂੰ ਇਨਾਮ ਕਾਹਨੂੰ ਦਿਵਾਣਾ, ਗੰਗੂ ਦੇ ਹਿੱਸੇ ਦਾ ਇਨਾਮ ਅਸੀਂ ਲਵਾਂਗੇ। ਗੰਗੂ ਦੇ ਮਾਰ ਕੇ ਜੁੱਤੀਆਂ ਉਹਨੂੰ ਭਜਾ ਦਿੱਤਾ। ਦੀਨ ਮਜ਼ਹਬ ਤੁਮ ਮਦਦ ਪੁਚਾਵੋ। ਕਹਿਣ ਲੱਗੇ ਸੂਬਾ ਸਰਹੰਦ ਅਸੀਂ ਦੀਨ ਮਜਹਬ ਦੀ ਮਦਦ ਵਾਸਤੇ ਕੰਮ ਕਰ ਰਹੇ ਆ, ਸਾਨੂੰ ਇਨਾਮ ਦੇ, ਅਸੀਂ ਗੁਰੂ ਦੇ ਬੱਚੇ ਤੇ ਮਾਤਾ ਫੜਾ ਰਹੇ ਆ। ਇਹ ਸੁਨ ਫੌਜ ਨਵਾਬ ਚੜ੍ਹ ਆਈ। ਨਵਾਬ ਦੀ ਫੌਜ ਜਿਹੜੀ ਸੀ ਉਹ ਚੜ ਕੇ ਪਹਿਲਾਂ ਮੁਰਿੰਡੇ ਆਈ। ਲਏ ਸਰਹੰਦ ਉਨ ਟਿਗ ਮੰਗਾਈ। ਏਦਾਂ ਫੌਜ ਭੇਜ ਕੇ ਸਰਹੰਦ ਤੋਂ ਮਾਤਾ ਜੀ ਔਰ ਬੱਚਿਆਂ ਨੂੰ ਪਕੜ ਕੇ ਮੰਗਾਇਆ ਸਰਹੰਦ ਵਿਖੇ। ਚਾੜ ਬੁਰਜ ਸੋ ਤਕੜੇ ਕਰੇ। ਠੰਡੇ ਬੁਰਜ ਦੇ ਵਿੱਚ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਨਜ਼ਰਬੰਦ ਕੀਤਾ। ਔਰ ਉੱਥੇ ਠੰਡਾ ਬੁਰਜ ਜਿਹਦੇ ਵਿੱਚ ਠੰਡੀ ਸ਼ੀਤ ਲਹਿਰ ਚੱਲਦੀ ਹੈ, ਪੋਹ ਦੀਆਂ ਸਰਦ ਰਾਤਾਂ ਹਨ। ਮਾਤਾ ਗੁਜਰੀ ਸਾਥੇ ਫੜੇ। ਮਾਤਾ ਗੁਜਰੀ ਜੀ ਦੇ ਸਮੇਤ ਸਾਹਿਬਜ਼ਾਦਿਆਂ ਨੂੰ ਪਕੜ ਕੇ ਲਿਆਂਦਾ। ਔਰ ਖੱਤਰੀ ਹੁਤੋ ਸੁੱਚਾ ਆਨੰਦ ਨਾਮ। ਪੇਸ਼ੀ ਪਈ ਤਾਂ ਉਸ ਵਕਤ ਇੱਥੇ ਇੱਕ ਸੁੱਚੇ ਆਨੰਦ ਨਾਮ ਦਾ ਖੱਤਰੀ ਸੀ। ਨਾ ਭਾਵੇਂ ਸੁੱਚਾ ਆਨੰਦ ਸੀ ਪਰ ਹੈ ਨਿਰੀ ਝੂਠ ਸਾਰੇ ਸੰਸਾਰ ਦੀ, ਇਸ ਕਰਕੇ ਇਹਨੂੰ ਝੂਠਾ ਆਨੰਦ ਕਹਿੰਦੇ ਆ ਸਿੱਖ। ਤੋ ਇਹ ਝੂਠੇ ਆਨੰਦ ਨੇ ਉਸ ਵੇਲੇ ਚੁਗਲੀ ਕੀਤੀ ਸਾਹਿਬਜ਼ਾਦਿਆਂ ਦੀ, ਗੁਰੂ ਘਰ ਦੇ ਬਦਖੋਈ ਕੀਤੀ। ਕਿਤ ਕਲਿਓ ਥੋ ਕਰਨ ਸਾਕ ਗੁਰ ਧਾਮ। ਇਹ ਵੈਰ ਕੱਢਦਾ ਸੀ ਗੁਰੂ ਸਾਹਿਬ ਦੇ ਨਾਲ, ਕਿਉਂਕਿ ਇਹਨੇ ਆਪਣੀ ਧੀ ਦਾ ਰਿਸ਼ਤਾ ਭੇਜਿਆ ਸੀ ਬਾਬੇ ਅਜੀਤ ਸਿੰਘ ਨੂੰ।
ਪਰ ਸਤਿਗੁਰੂ ਜੀ ਨੇ ਜਵਾਬ ਭੇਜ ਦਿੱਤਾ ਸੀ ਵੀ ਸਾਡੇ ਪੁੱਤਾਂ ਨੇ ਮੌਤ ਰੂਪੀ ਲਾੜੀਆਂ ਵਿਆਹੁਣੀਆਂ। ਪਰ ਇਸ ਪਾਪੀ ਨੇ ਆਪਣੇ ਮਨ 'ਚ ਵੈਰ ਰੱਖਿਆ ਸੀ ਕਿ ਗੁਰੂ ਜੀ ਨੇ ਮੇਰੀ ਧੀ ਦਾ ਨਾਤਾ ਮੋੜਿਆ। ਗੁਰੂ ਨਾ ਮੰਨਿਓ ਉਸ ਰਾਖਿਓ ਯਾਦ। ਗੁਰੂ ਸਾਹਿਬ ਜੀ ਨੇ ਨਹੀਂ ਸੀ ਮੰਨਿਆ ਇਹਦੀ ਲੜਕੀ ਦਾ ਰਿਸ਼ਤਾ, ਇਹਨੇ ਯਾਦ ਰੱਖਿਆ ਸੀ, ਮਨ 'ਚ ਗੁਰੂ ਸਾਹਿਬ ਪ੍ਰਤੀ ਵੈਰ ਰੱਖਿਆ ਸੀ। ਇਮ ਕਰ ਸਮਝਿਓ ਉਨ ਵੈ ਬਾਦ। ਉਸ ਵੇਲੇ ਉਹਨੇ ਇਹ ਬਾਦ ਕਰਕੇ ਸਤਿਗੁਰਾਂ ਦੇ ਨਾਲ ਉਹਨੇ ਆਖਿਆ ਵੀ ਹੁਣ ਮੌਕਾ ਬਦਲਾ ਲੈਣ ਦਾ। ਉਨ ਕਹਿਓ ਨਵਾਬ ਇਸ ਸਰਪ ਬਿਸੂਰੇ। ਕਹਿਣ ਲੱਗਾ ਸੂਬਾ ਸਰਹੰਦ ਜੀ ਇਹ ਸੱਪ ਦੇ ਸਪੋਲੀਏ ਨੇ, ਬੜੇ ਜ਼ਹਿਰੀਲੇ ਨੇ, ਇਹ ਸੱਪ ਦੇ ਸਪੋਲੀਏ ਹਨ। ਛੋਟੇ ਵੱਡੇ ਇਹ ਡਸਗ ਜ਼ਰੂਰੇ। ਇਹ ਭਾਵੇਂ ਛੋਟੇ ਨੇ ਤੇ ਭਾਵੇਂ ਵੱਡੇ ਹੋਣਗੇ, ਇਹਨਾਂ ਦਾ ਕੰਮ ਹੈ ਡਸਣਾ। ਇਹ ਛੋਟੇ ਵੀ ਡਸ ਲੈਂਦੇ ਆ ਤੇ ਵੱਡੇ ਵੀ ਡਸ ਲੈਂਦੇ, ਕਿਉਂਕਿ ਐਣ ਜੋ ਸਪੋਲੀਏ। ਇਹ ਨਾ ਵੇਖ ਵੀ ਇਹ ਛੋਟੇ ਨੇ, ਸਪੋਲੀਆ ਛੋਟਾ ਹੋਵੇ ਸਗੋਂ ਜ਼ਿਆਦਾ ਭਿਆਨਕ ਡਸਦਾ ਹੈ। ਇਹ ਸਪੋਲੀਏ ਨੇ, ਇਹ ਡਸ ਸਕਦੇ ਨੇ, ਭਾਵੇਂ ਛੋਟੇ ਨੇ ਤੇ ਭਾਵੇਂ ਵੱਡੇ ਹੋਣ। ਔਰ ਜੋ ਇਨਕੋ ਤੋਮਤ ਉਠਾਈ। ਜੇ ਇਹਨਾਂ ਨੇ ਮੁੜ ਕੇ ਕੋਈ ਤੋਮਤ ਉਠਾਈ ਤੋਏ ਤੇ ਨਾਏ ਸੋ ਦਿੱਤੀ ਜਾਈ। ਉਹ ਤੇਰੇ ਕੋਲੋਂ ਨਹੀਂ ਦੇ ਹੋਣੀ। ਅਬ ਇਨਕੋ ਦੇ ਮਲੇਰੀਅਨ ਸੌਂਪਾਏ। ਐ ਸੂਬਾ ਸਰਹੰਦ ਮੇਰੀ ਮੰਨੇ ਤਾਂ ਏਦਾਂ ਕਰ, ਇਹਨਾਂ ਨੂੰ ਮਲੇਰ ਕੋਟਲੇ ਦੇ ਨਵਾਬਾਂ ਦੇ ਹਵਾਲੇ ਕਰ ਦੇ। ਇਹਨਾਂ ਬੱਚਿਆਂ ਨੂੰ, ਇਹਨਾਂ ਸਾਹਿਬਜ਼ਾਦਿਆਂ ਨੂੰ ਮਲੇਰ ਕੋਟਲੇ ਦੇ ਨਵਾਬਾਂ ਦੇ ਹਵਾਲੇ ਕਰ ਦੇ। ਮਾਰੇ ਜਿਨੇ ਹੈ ਕਈ ਪਰਾਏ। ਜਿਨ੍ਹਾਂ ਨੇ, ਇਹਨਾਂ ਦੇ ਪਿਤਾ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਲੇਰ ਕੋਟਲੀਏ ਦੇ ਭਰਾਵਾਂ ਨੂੰ ਮਾਰਿਆ ਚਮਕੌਰ ਦੀ ਗੜੀ ਵਿੱਚ। ਉਹਨਾਂ ਦੇ ਮਨ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਦੁਸ਼ਮਣੀ ਤੇ ਵੈਰ ਹੈ। ਉਨ ਕੈ ਹੱਥੀ ਇਨੇ ਮਰਵਾਏ। ਜਦੋਂ ਮਲੇਰ ਕੋਟਲੀਏ ਪਠਾਨ ਇਹਨਾਂ ਬੱਚਿਆਂ ਨੂੰ ਮਾਰਨਗੇ ਤੇ ਉਹ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈ ਲੈਣਗੇ ਇਹਨਾਂ ਕੋਲੋਂ। ਤਉ ਬਜੀਦੇ ਲਈ ਬੁਲਵਾਏ। ਵਜੀਦੇ ਨੇ ਉਸ ਵਕਤ ਮਲੇਰੀਏ ਪਠਾਣਾ ਨੂੰ ਸੱਦਿਆ। ਸ਼ੇਰ ਮੁਹੰਮਦ ਬੜ ਉਨ ਥਾਇਓ। ਸ਼ੇਰ ਮੁਹੰਮਦ ਖਾਨ ਜੋ ਮਲੇਰੀਆ ਪਠਾਨ ਸੀ, ਉਹ ਵੱਡਾ ਸੀ ਨਾ ਸਾਰਿਆਂ ਵਿੱਚੋਂ, ਮਲੇਰੀਏ ਪਠਾਣਾ ਚੋਂ। ਅਖਵਾਜ ਖਿਜਰ ਵੀ ਸਾਥੋ ਆਇਓ। ਉਹਦੇ ਨਾਲ ਉਹਦਾ ਦੂਜਾ ਭਰਾ ਖਵਾਜਾ ਖਿਜਰ ਖਾਨ ਵੀ ਆਇਆ। ਤੁਮਰੋ ਮਾਰਿਓ ਗੁਰ ਨਾਹਰ ਖਾਨ। ਵਜੀਦਾ ਕਹਿੰਦਾ ਸ਼ੇਰ ਮੁਹੰਮਦ ਖਾਨ ਨੂੰ, ਕਹਿੰਦਾ ਹੇ ਸ਼ੇਰ ਮੁਹੰਮਦ ਖਾਨ, ਤੇਰਾ ਭਰਾ ਨਾਹਰ ਖਾਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੰਗ ਦੇ ਮੈਦਾਨ ਵਿੱਚ ਮਾਰਿਆ ਹੈ। ਉਸ ਬੇਟੇ ਤੁਮ ਦਿਓ ਮਰਵਾਈ। ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ, ਉਹਦੇ ਪੁੱਤਰਾਂ ਨੂੰ ਮਾਰ ਕੇ, ਉਹਦੇ ਇਹਨਾਂ ਬੱਚਿਆਂ ਨੂੰ ਮਾਰ ਕੇ। ਦੋਹਰਾ ਸ਼ੇਰ ਮੁਹੰਮਦ ਨੇ ਗਨੀ ਬੋਲਿਓ ਸੀਸ ਹਿਲਾਏ। ਸ਼ੇਰ ਮੁਹੰਮਦ ਖਾਨ ਨੇ ਗੱਲ ਨਹੀਂ ਮੰਨੀ, ਉਹਨੇ ਸਿਰ ਫੇਰ ਦਿੱਤਾ, ਸਿਰ ਹਿਲਾ ਕੇ ਕਹਿ ਦਿੱਤਾ ਹਮ ਮਾਰੇ ਸ਼ੀਰ ਖੋਰਿਆਂ ਜਗ ਮੈਂ ਉਹ ਜਸ ਆਏ। ਕਹਿਣ ਲੱਗਾ ਉਹ ਸੂਬਾ ਸਰਹੰਦ ਵਜ਼ੀਰ ਖਾਨ, ਇਹਨਾਂ ਦੁੱਧ ਪੀਂਦੇ ਦੁੱਧ ਚੁੰਗਦੇ ਬੱਚਿਆਂ ਨੂੰ ਮਾਰ ਕੇ ਅਸੀਂ ਸੰਸਾਰ 'ਚ ਆਪਣੀ ਨਿੰਦਾ ਨਹੀਂ ਕਰਾਉਣੀ। ਅਸੀਂ ਸੂਰਮੇ ਆ ਤੇ ਜੰਗ ਦੇ ਮੈਦਾਨ 'ਚ ਸੂਰਮਿਆਂ ਵਾਂਗੂ ਬਦਲਾ ਲਵਾਂਗੇ, ਇਦਾਂ ਦੀਆਂ ਕਾਇਰਾਂ ਵਾਲੀਆਂ ਹਰਕਤਾਂ ਨਹੀਂ ਕਰਨੀਆਂ ਸੀ। ਇਹਨਾਂ ਸ਼ੀਰ ਖੋਰੇ ਬੱਚਿਆਂ ਨੂੰ ਮਾਰ ਕੇ ਇਸ ਜਗਤ ਵਿੱਚ ਅਸੀਂ ਆਪਣਾ ਅਪਮਾਨ ਨਹੀਂ ਕਰਾਉਣਾ, ਆਪਣੀ ਨਿੰਦਾ ਨਹੀਂ ਕਰਾਉਣੀ। ਚੋਪਈ ਓਏ ਮੂਏ ਕਰ ਜੰਗ ਲੜਾਈ। ਰਹੀ ਗੱਲ ਸਾਡੇ ਭਰਾ ਨਾਹਰ ਖਾਨ ਦੀ, ਉਹ ਜੰਗ ਦੇ ਮੈਦਾਨ 'ਚ ਸੂਰਮਿਆਂ ਵਾਂਗੂ ਲੜ ਕੇ ਮਰਿਆ। ਮਾਰੇ ਸ਼ੀਰ ਖੋਰ ਕਿਆ ਵਡਿਆਈ। ਏਡੀ ਬਹਾਦਰੀ ਨਾਲ ਜਿਹੜਾ ਸਾਡਾ ਭਰਾ ਜੰਗ ਦੇ ਮੈਦਾਨ 'ਚ ਮਰਿਆ, ਉਹਦੀ ਮੌਤ ਦਾ ਬਦਲਾ ਅਸੀਂ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਲੈ ਕੇ ਸਾਡੀ ਕੀ ਵਡਿਆਈ ਹੋਵੇਗੀ ਬਈ? ਇਹਦੇ 'ਚ ਸਾਡੀ ਕੀ ਸੋਭਾ ਹੋਵੇਗੀ? ਉਠੇ ਨਾ ਮਾਨੀ ਹਾ ਨਾਰਾ ਮਾਰਾ। ਸ਼ੇਰ ਮੁਹੰਮਦ ਖਾਨ ਇਹ ਕਹਿ ਕੇ ਉੱਠ ਗਿਆ, ਉਹਨੇ ਹਾ ਦਾ ਨਾਰਾ ਮਾਰਿਆ, ਆਖਿਆ ਇਹ ਠੀਕ ਨਹੀਂ ਹੈ ਸੂਬਾ ਸਰਹੰਦ, ਇਹਨਾਂ ਬੱਚਿਆਂ ਨੂੰ ਕੋਹ ਕੇ ਮਾਰਨਾ, ਸ਼ੀਰ ਖੋਰੇ ਬੱਚਿਆਂ ਨੂੰ ਮਾਰਨਾ ਇਹ ਯੋਗ ਨਹੀਂ।
ਏਦਾਂ ਹਾ ਦਾ ਨਾਰਾ ਮਾਰ ਕੇ ਉੱਠਿਆ। ਤੋ ਨਵਾਬ ਔਰ ਨਠਿਓ ਵਿਚਾਰਾ। ਉਸ ਵੇਲੇ ਉਹਨੇ ਵੇਖਿਆ ਵੀ ਇਹ ਨਵਾਬ ਤਾਂ ਇੱਥੋਂ ਚਲਾ ਗਿਆ, ਇਹ ਇੱਥੋਂ ਹਾ ਦਾ ਨਾਰਾ ਮਾਰ ਕੇ ਚਲਾ ਗਿਆ। ਸਦ ਬਾਲਕੋ ਨ ਦੋ ਬਹਾਏ। ਇਹਨੇ ਸਾਹਿਬਜ਼ਾਦਿਆਂ ਨੂੰ ਸੱਦ ਕੇ ਪਹਿਲਾਂ ਸਾਹਿਬਜ਼ਾਦਿਆਂ ਨੂੰ ਕਈ ਪ੍ਰਕਾਰ ਦੇ ਲਾਲਚ ਲੋਭ ਦਿੱਤੇ। ਔਰ ਮੁਸਲਮਾਨ ਸੁਖਨ ਅਲਾਏ। ਆਖਿਆ ਮੁਸਲਮਾਨ ਹੋ ਜਾਓ, ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ, ਤੁਹਾਨੂੰ ਵੱਡੇ ਰੁਤਬੇ ਪ੍ਰਾਪਤ ਹੋਣਗੇ, ਤੁਹਾਡੀ ਪੜ੍ਹਾਈ ਦਾ ਬੜਾ ਵਧੀਆ ਪ੍ਰਬੰਧ ਹੋਵੇਗਾ। ਏਦਾਂ ਕਈ ਤਰ੍ਹਾਂ ਦੇ ਲਾਲਚ ਦੇਣ ਲੱਗੇ। ਨੈ ਆਵਨ ਦੀਨ ਤੋ ਦਿਓਂਗੋ ਮਾਰ। ਕਹਿੰਦਾ ਜੇ ਤੁਸੀਂ ਸਾਡੇ ਦੀਨ ਵਿੱਚ ਮਜ਼ਹਬ ਵਿੱਚ ਨਾ ਆਏ ਤਾਂ ਮੈਂ ਤੁਹਾਨੂੰ ਜਾਨੋਂ ਮਾਰ ਦਿਆਂਗਾ, ਤੁਹਾਡੇ ਸਿਰ ਧੜ ਤੋਂ ਵੱਖਰੇ ਕਰ ਦੇਵਾਂਗਾ। ਜਿਮ ਮਾਰਿਓ ਤੁਮ ਪਿਤਾ ਕਰ ਖੁਆਰ। ਅਸੀਂ ਤੁਹਾਡੇ ਪਿਤਾ ਨੂੰ ਵੀ ਖੁਆਰ ਕਰਕੇ ਮਾਰਿਆ, ਬੜਾ ਦੁਖੀ ਕਰਕੇ, ਪਰੇਸ਼ਾਨ ਕਰਕੇ ਤੁਹਾਡੇ ਪਿਤਾ ਨੂੰ ਵੀ ਚਮਕੌਰ ਦੀ ਗੜੀ ਵਿੱਚ ਮਾਰ ਦਿੱਤਾ। ਯੈ ਸੁਨ ਬਾਲਕਨ ਗੁੱਸੋ ਆਇਓ। ਕਹਿੰਦੇ ਜਦੋਂ ਇਹਨੇ ਕਿਹਾ ਨਾ ਵੀ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ, ਇਹ ਸੁਣ ਕੇ ਕਹਿੰਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵੀਰ ਰਸ ਵਿੱਚ ਆਏ ਤੇ ਵੀਰ ਰਸ ਵਿੱਚ ਆ ਕੇ ਬੋਲੇ, ਹਮਰੇ ਪਿਤ ਕੋ ਸਕੈ ਮਰਵਾਇਓ। ਕਹਿਣ ਲੱਗੇ ਐਸਾ ਕੌਣ ਹੈ ਜਿਹੜਾ ਸਾਡੇ ਪਿਤਾ ਨੂੰ ਮਾਰ ਸਕੇ? ਇੰਨੀ ਤਾਕਤ, ਇੰਨਾ ਤਾਣ ਭਲਾ ਕਿਹਦੇ ਵਿੱਚ ਹੋ ਸਕਦਾ? ਹਮਰੋ ਪਿਤਾ ਵੱਡ ਰਖਤ ਹਥਿਆਰ। ਸਾਡੇ ਪਿਤਾ ਜੀ ਸ਼ਸਤਰਧਾਰੀ ਸੂਰਮੇ ਨੇ, ਯੋਧੇ ਹਨ। ਮਾਰਨ ਵਾਰੇ ਉਹ ਲੈ ਮਾਰ। ਜਿਹੜਾ ਮਾਰਨ ਜਾਏਗਾ ਉਹਨਾਂ ਨੂੰ, ਉਹ ਮਾਰਨ ਵਾਲਿਆਂ ਨੂੰ ਮਾਰਨ ਦੀ ਤਾਕਤ ਰੱਖਦੇ ਨੇ। ਮਾਰਨ ਵਾਲਿਆਂ ਨੂੰ ਮਾਰਨ ਦੀ ਤਾਕਤ ਰੱਖਣ ਵਾਲੇ ਨੂੰ ਭਲਾ ਕੌਣ ਜਾ ਕੇ ਮਾਰ ਸਕਦਾ ਹੈ? ਜੇ ਕੋਈ ਮਾਰਨ ਵਾਲਾ ਜਾਏਗਾ ਉਹਨਾਂ ਕੋਲ ਤੇ ਇਦਾਂ ਹੀ ਥੋੜੀ ਮਾਰ ਦੇਗਾ ਜਾ ਕੇ, ਉਹ ਮਾਰਨ ਵਾਲੇ ਨੂੰ ਵੀ ਮਾਰ ਦੇਣਗੇ। ਸੁਨ ਨਵਾਬ ਯੋ ਸੁਖ ਨ ਉਚਾਰੇ। ਸੁਣ ਕੇ ਅੱਗੋਂ ਨਵਾਬ ਨੇ ਕਈ ਤਰ੍ਹਾਂ ਦੇ ਸੁੱਖ ਉਚਾਰੇ, ਤੁਹਾਨੂੰ ਆ ਵੀ ਸੁੱਖ ਦੇਾਂਗੇ, ਆ ਵੀ ਸੁੱਖ ਦੇਾਂਗੇ। ਹੈ ਇਹ ਲੜਕੇ ਜ਼ਿਬਹ ਕਰਨੇ ਵਾਰੇ। ਪਰ ਸਾਹਿਬਜ਼ਾਦਿਆਂ ਦੇ ਅੱਗੋਂ ਕੜਕਵੇਂ ਜਵਾਬ ਸੁਣੇ। ਆਖਿਆ ਜੇ ਤੁਹਾਨੂੰ ਛੱਡ ਦਿਆਂ ਤਾਂ ਕੀ ਕਰੋਗੇ? ਤਾਂ ਸਾਹਿਬਜ਼ਾਦਿਆਂ ਜਵਾਬ ਦਿੱਤਾ, ਅਸੀਂ ਜਾਵਾਂਗੇ, ਫੌਜ ਤਿਆਰ ਕਰਾਂਗੇ, ਫਿਰ ਲੜਾਂਗੇ। ਫਿਰ ਫੜੇ ਗਏ, ਫਿਰ ਛੱਡ ਦਈਏ, ਕਹਿੰਦੇ ਫਿਰ ਫੌਜ ਤਿਆਰ ਕਰਾਂਗੇ, ਫਿਰ ਲੜਾਂਗੇ, ਔਰ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਤੁਹਾਡੇ ਰਾਜ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ 'ਚ ਨਹੀਂ ਸੁੱਟ ਦਿੰਦੇ। ਕਹਿਣ ਲੱਗਾ ਇਹ ਬੱਚੇ ਤਾਂ ਜ਼ਿਬਾ ਕਰਨ ਵਾਲੇ ਨੇ, ਇਹਨਾਂ ਦੇ ਤਾਂ ਗਰਦਨਾਂ ਕੱਟਣ ਵਾਲੀਆਂ ਨੇ। ਤਾਂ ਸਾਹਿਬਜ਼ਾਦਿਆਂ ਨੇ ਅੱਗੋਂ ਜਵਾਬ ਦਿੱਤਾ, ਹਮਰਾ ਬੰਸ ਰੀਤ ਯਹ ਆਈ, ਸੀਸ ਜਾਏ ਪਰ ਧਰਮ ਨਾ ਜਾਈ। ਇਹ ਤਾਂ ਸਾਡੀ ਮਰਿਆਦਾ, ਸਾਡੇ ਬੰਸ ਦੀ। ਸਾਡੇ ਦਾਦਾ ਜੀ ਨੇ ਸੀਸ ਦੇ ਦਿੱਤਾ ਪਰ ਆਪਣਾ ਧਰਮ ਨਹੀਂ ਤਿਆਗਿਆ। ਅਸੀਂ ਉਸੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਆ ਤੇ ਉਹਨਾਂ ਦੀਆਂ ਪਾਈਆਂ ਪੈੜਾਂ ਤੇ ਚੱਲ ਕੇ ਅਸੀਂ ਵੀ ਆਪਣੇ ਸੀਸ ਦੇਵਾਂਗੇ। ਸੂਬਾ ਸਰਹੰਦ ਕਈ ਤਰ੍ਹਾਂ ਦੇ ਨੇ ਤਸੀਹੇ ਦਿੱਤੇ ਸਾਹਿਬਜ਼ਾਦਿਆਂ ਨੂੰ। ਹਾਂਜੀ, ਜੋ ਇਹ ਹੋਏ ਨਾ ਮੁਸਲਮਾਨ। ਕਹਿੰਦਾ ਜੇ ਮੁਸਲਮਾਨ ਨਹੀਂ ਹੁੰਦੇ, ਕੋਰ ਜ਼ਿਬਹ ਇਨ ਮਾਰੋ ਜਾਨ। ਕਹਿੰਦਾ ਇਹਨਾਂ ਨੂੰ ਜ਼ਿਬਹ ਕਰਕੇ ਇਹਨਾਂ ਦੀ ਜਾਨ ਇਹਨਾਂ ਦੇ ਸਰੀਰਾਂ ਚੋਂ ਕੱਢ ਲਵੋ। ਦੋਹਰਾ ਇਤਕ ਕਈ ਜਬ ਦੁਸ਼ਟ ਸੁਨ ਤੁਰਕ ਪਏ ਪਰਸਿਨ। ਜਦੋਂ ਪਾਪੀ ਸੂਬੇ ਸਰਹੰਦ ਨੇ ਗੱਲ ਕਹੀ ਤੇ ਕਈ ਤੁਰਕ ਬੜੇ ਖੁਸ਼ ਹੋਏ। ਆ ਜਿਹੜੇ ਸਮਾਣੇ ਦੇ ਰਹਿਣ ਵਾਲੇ ਜਲਾਦ ਸਨ, ਇਹ ਬੜੇ ਪ੍ਰਸੰਨ ਹੋਏ। ਫੜੇ ਕਸੀਟੇ ਹੋਵਤੇ ਆਇਓ ਉਹਨੇ ਨਾ ਤਰਸ ਮਨ। ਸ਼ਾਸ਼ਲ ਬੇਗ, ਬਾਸ਼ਲ ਬੇਗ ਵਰਗੇ ਜਲਾਦ ਇਹ ਸਾਹਿਬਜ਼ਾਦਿਆਂ ਨੂੰ ਕਦੇ ਖਿੱਚਦੇ ਨੇ, ਕਦੇ ਧੂੰਦੇ ਨੇ, ਔਰ ਇਹਨਾਂ ਦੇ ਮਨ 'ਚ ਕੋਈ ਤਰਸ ਨਹੀਂ ਆਇਆ। ਕਹਿੰਦੇ ਪੈਰਾਂ ਦੇ ਵਿੱਚ ਅੰਗਾਰ ਬਰੂਦ ਭਰ ਕੇ ਨਾ ਉਂਗਲੀਆਂ ਵਿੱਚ ਉਹਨਾਂ ਨੂੰ ਅੱਗ ਲਾਉਂਦੇ ਐ ਤੇ ਗਰਮ ਜਿਹੜੀਆਂ ਸਲਾਖਾਂ ਨੇ ਕਰਕੇ ਉਹ ਸਰੀਰ ਦੇ ਪਿੰਡੇ ਤੇ ਲਾਉਂਦੇ ਐ, ਔਰ ਜਿਹੜੀਆਂ ਛੂਛਕ ਤੂਤ ਦੀਆਂ ਸੋਟੀਆਂ ਹੁੰਦੀਆਂ ਨੇ ਛੜੀਆਂ, ਉਹਨਾਂ ਨਾਲ ਮਾਰਦੇ ਆ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਉੱਤੇ। ਪਰ ਧੰਨ ਗੁਰੂ ਕੇ ਲਾਲ
ਜਿਹੜੇ ਰੰਚਕ ਭਰ ਵੀ ਡਾਵਾਂ ਡੋਲ ਨਹੀਂ ਹੋਏ। ਚੌਪਈ ਹੁਤੋ ਉਹਾਂ ਤੋਂ ਛੁਰਾ ਇੱਕ ਵਾਰੋ। ਕਹਿੰਦੇ ਫਿਰ ਇਹਨਾਂ ਕੀ ਕੀਤਾ, ਨੀਹਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਚਿਣਿਆ। ਬੇਹੋਸ਼ੀ ਦੀ ਹਾਲਤ ਵਿੱਚ ਜਿਸ ਵੇਲੇ ਸਾਹਿਬਜ਼ਾਦੇ ਡਿੱਗੇ, ਹੋਸ਼ ਵਿੱਚ ਲਿਆਂਦਾ ਤੇ ਆਖਿਆ ਹਾਲੇ ਵੀ ਵੇਲਾ, ਇਸਲਾਮ ਕਬੂਲ ਕਰ ਲਓ। ਪਰ ਸਾਹਿਬਜ਼ਾਦਿਆਂ ਦਾ ਜਵਾਬ ਉਹੀ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹਨਾਂ ਕੀ ਕੀਤਾ, ਮਲੇਛਾਂ ਨੇ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ, ਹੱਥਾਂ 'ਚ ਇਹਨਾਂ ਦੇ ਛੁਰੇ ਸਨ, ਉਹ ਛੁਰੇ ਲੈ ਕੇ ਦੇ ਗੋਡੇ ਹੇਠ ਕਰ ਜ਼ਿਬਹਿ ਡਾਰੋ। ਗੋਡਾ ਰੱਖ ਕੇ ਛਾਤੀ ਦੇ ਉੱਤੇ ਸਾਹਿਬਜ਼ਾਦਿਆਂ ਦੇ, ਇਹਨਾਂ ਨੇ ਉਹਨਾਂ ਛੁਰਿਆਂ ਦੇ ਨਾਲ ਸਾਹਿਬਜ਼ਾਦਿਆਂ ਦੀਆਂ ਗਰਦਨਾਂ ਦੇ ਉੱਤੇ ਵਾਰ ਕਰਕੇ ਸ਼ਹੀਦ ਕੀਤਾ ਗੁਰੂ ਕੇ ਲਾਲਾਂ ਨੂੰ। ਤੜਪ ਤੜਪ ਗਈ ਜਿੰਦੇ ਉਡਾਏ। ਕਹਿੰਦੇ ਤੜਫ ਤੜਫ ਕੇ ਜਿੰਦ ਨਿਕਲੀ ਸਰੀਰ ਚੋਂ। ਬਾਬਾ ਜੋਰਾਵਰ ਸਿੰਘ ਜੀ ਤਾਂ ਕਹਿੰਦੇ ਨਾਲ ਹੀ ਸਰੀਰ ਸ਼ਾਂਤ ਹੋ ਗਿਆ, ਪਰ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਜਦੋਂ ਜਿਬਾ ਕਰ ਦਿੱਤਾ ਨਾ, ਸਿਰ ਲਾ ਦਿੱਤਾ ਧੜ ਨਾਲੋਂ, ਤਾਂ ਤਕਰੀਬਨ ਅੱਧੀ ਘੜੀ ਤੱਕ ਸਰੀਰ ਜਿਹੜਾ ਸੀ ਉਹ ਤੜਫਦਾ ਰਿਹਾ, ਜ਼ਮੀਨ ਤੇ ਪਿਆ। ਇਹ ਮਲੇਛ ਕੋਲ ਖਲੋਤੇ ਰਹੇ, ਇਹਨਾਂ ਦੇ ਮਨ 'ਚ ਕੋਈ ਰਹਿਮ ਤੇ ਤਰਸ ਨਹੀਂ। ਅੱਧੀ ਘੜੀ ਯਾਨੀ ਕਿ 12-13 ਮਿੰਟ ਲਗਾਤਾਰ ਤੜਫਣ ਤੋਂ ਬਾਅਦ ਉਹ ਸਰੀਰ ਸ਼ਾਂਤ ਹੋ ਕੇ ਡਿੱਗ ਪਿਆ। ਇਮ ਸ਼ੀਰ ਖੋਰ ਦੋਏ ਦਏ ਕਤਲਾਏ। ਇਹ ਤਾਂ ਗੁਰਦੇਵ ਦੇ ਸ਼ੀਰ ਖੋਰੇ ਬੱਚੇ ਕੈਪਟਨ ਮਰੇ, ਤੂੰ ਕਹਿਣਾ ਸਾਡੀ ਇਹਨਾਂ ਨਾਲ ਸੰਧੀ ਹੈ। ਇਹਨਾਂ ਮਲੇਛਾਂ ਨੇ ਸਤਿਗੁਰਾਂ ਦੇ ਲਾਲਾਂ ਨੂੰ ਇਸ ਤਰ੍ਹਾਂ ਜਿਬਾ ਕੀਤਾ, ਕਤਲ ਕੀਤਾ। ਯਹੀ ਬਾਤ ਵੱਡ ਮਾਤ ਸੁਣ ਲਈ। ਉਧਰ ਮਾਤਾ ਗੁਜਰੀ ਜੀ ਨੇ ਜਦੋਂ ਇਹ ਗੱਲ ਸੁਣੀ, ਗਿਰ ਬੁਰਜੋਂ ਦੇ ਪ੍ਰਾਣ ਉੱਡਈ। ਠੰਡੇ ਬੁਰਜ ਵਿੱਚ ਮਾਤਾ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਐਸੇ ਪਇਓ ਤਹਾਂ ਵੱਡ ਕਾਰਾ। ਇਹੋ ਜਿਹਾ ਵੱਡਾ ਸਾਕਾ ਹੋਇਆ ਸਰਹੰਦ ਦੀ ਧਰਤੀ ਤੇ। ਹਾਹਾਕਾਰ ਸੁਨ ਜਗ ਤੇ ਉਚਾਰਾ। ਸਾਰਾ ਜਗਤ, ਸਾਰਾ ਸੰਸਾਰ ਜਿਹਨੇ ਵੀ ਸੁਣਿਆ ਕਿ 7 ਸਾਲ ਤੇ 9 ਸਾਲ ਦੇ ਬੱਚੇ ਜਿਬਾ ਕਰਕੇ ਮਾਰ ਦਿੱਤੇ ਗਏ ਨੇ, ਸਰਬ ਤਰਫਾਂ ਦੇ ਵਿੱਚ ਹਾਹਾਕਾਰ ਦਾ ਨਾਦ ਗੂੰਜਿਆ। ਦੋਹਰਾ ਕਹੋ ਕਹਾਂ ਉਸ ਵਕਤ ਗੱਲ ਜੋ ਉਨ ਜ਼ੁਲਮੀ ਕੀਨ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੀ ਉਹਨਾਂ ਨੇ ਜ਼ੁਲਮੀ ਕੀਤੀ, ਜ਼ੁਲਮ ਕਰਨ ਵਾਲਿਆਂ ਨੇ, ਮੈਂ ਉਹਨਾਂ ਦੇ ਜ਼ੁਲਮ ਦੀ ਗੱਲ ਕਿਹੜੀ ਕਿਹੜੀ ਕਹਾਂ, ਕੀ ਬਿਆਨ ਕਰਕੇ ਦੱਸਾਂ ਮੈਂ ਉਹਨਾਂ ਨੇ ਕਿਹੜਾ ਜ਼ੁਲਮ ਸੀ ਜਿਹੜਾ ਪੰਥ ਤੇ ਸਿੱਖਾਂ ਤੇ ਨਹੀਂ ਕੀਤਾ। ਇਹੋ ਜਿਹਾ ਕਿਹੜਾ ਤਰੀਕਾ ਸੀ ਜਿਹੜਾ ਤੁਰਕਾਂ ਨੇ ਨਾ ਵਰਤਿਆ ਹੋਵੇ ਕਿ ਜਿਸ ਤਰੀਕੇ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ। ਨਵੇਂ ਤਰੀਕਿਆਂ ਨਾਲ, ਹਰ ਤਰੀਕੇ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਇਹਨਾਂ ਮਲੇਛਾਂ ਨੇ। ਕਹਿੰਦੇ ਮੈਂ ਕਿੱਥੋਂ ਤੱਕ ਉਹਨਾਂ ਦੇ ਜ਼ੁਲਮ ਦੀ ਦਾਸਤਾਂ ਲਿਖਾਂ। ਅੰਬਰ ਚਈਤ ਹੁਤ ਗਿਰਿਓ ਚਹੀਤ ਫਟੀ ਜ਼ਮੀਨ। ਸਾਹਿਬਜ਼ਾਦਿਆਂ ਦੇ ਉੱਤੇ ਜਿਹੜਾ ਇਹਨਾਂ ਨੇ ਜ਼ੁਲਮ ਕੀਤਾ ਮੈਂ ਕਿੱਥੋਂ ਤੱਕ ਦੱਸਾਂ। ਕਹਿੰਦੇ ਆਕਾਸ਼ ਡਿੱਗ ਜਾਣਾ ਚਾਹੁੰਦਾ ਤੇ ਜ਼ਮੀਨ ਫਟ ਜਾਣਾ ਚਾਹੁੰਦੀ ਹੈ, ਇਹੋ ਜਿਹਾ ਜ਼ੁਲਮ ਵੇਖ ਕੇ। ਦੋਹਰਾ ਸੋ ਸੁਨਿਓ ਗੱਲ ਗੁਰੂ ਜੋ ਜਾਏ ਬੈਠੇ ਰਾਏ ਕੋਲ। ਇਹ ਸਾਰੀ ਵਾਰਤਾ ਗੁਰੂ ਕਲਗੀਧਰ ਜੀ ਨੇ ਰਾਏ ਕੱਲੇ ਦੇ ਕੋਲ ਬੈਠਿਆਂ, ਰਾਏ ਕੋਟ ਦੇ ਇਲਾਕੇ ਵਿੱਚ ਬੈਠਿਆਂ ਸੁਣੀ। ਆਇਓ ਤਰਫ ਸਿਰੰਦ ਕੇ ਉਨ ਕਹੇ ਜੋ ਰੋਏ ਰੋਏ ਬੋਲ। ਜਿਹੜਾ ਨੂਰਾ ਮਾਈ ਆਇਆ ਸੀ ਖਬਰ ਲੈ ਕੇ ਸਰਹੰਦ ਤੋਂ, ਨੇ ਰੋ ਰੋ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਸਰਵਣ ਕਰਾਇਆ ਸੀ। ਚੌਪਈ ਸੁਨ ਸਤਿਗੁਰ ਚੁੱਪ ਉਸ ਕਰਵਾਇਓ। ਪਹਿਲਾਂ ਤਾਂ ਰੋਈ ਗਿਆ, ਬੋਲਿਆ ਨਹੀਂ। ਕਲਗੀਧਰ ਜੀ ਨੇ ਉਹਨੂੰ ਹੌਸਲਾ ਦੇ ਕੇ ਚੁੱਪ ਕਰਵਾਇਆ। ਕੋ ਸਿੱਖਾ ਤੂੰ ਕਿਤ ਤੇ ਆਇਓ। ਮਹਾਰਾਜ ਜੀ ਕਹਿੰਦੇ ਮਾਈ ਕਿੱਥੋਂ ਆਇਆ, ਚੱਲ ਕੇ ਦੱਸ ਕੀ ਖਬਰ ਲਿਆਇਆ। ਖਬਰ ਕੋ ਮਾਤਾ ਕੀ ਆਣੀ। ਕੋਈ ਸਾਡੇ ਮਾਤਾ ਜੀ ਦੀ ਖਬਰ ਲਿਆਇਆ, ਮਾਤਾ ਗੁਜਰੀ ਜੀ ਦੀ। ਇਹ ਸਾਹਿਬਜ਼ਾਦਨ ਸਿਰ ਜ਼ੁਲਮੀ ਵਿਹਾਣੀ। ਸਾਹਿਬਜ਼ਾਦਿਆਂ ਦੇ ਸਿਰਾਂ ਉੱਤੇ ਜ਼ੁਲਮੀਆਂ ਨੇ ਕੀ ਜ਼ੁਲਮ ਕੀਤੇ ਹਨ। ਤੋ ਸਿੱਖ ਚੱਕ ਸਿਰ ਕਟਾ ਪਾਇਓ। ਪਹਿਲਾਂ ਤਾਂ ਉਸ ਮਾਈ ਸਿੱਖ ਨੇ ਚੁੱਕ ਕੇ ਮਿੱਟੀ ਦਾ ਘੱਟਾ ਸਿਰ ਵਿੱਚ ਪਾਇਆ,
ਰੋ ਕੇ ਵਿਰਾਗ ਪ੍ਰਗਟ ਕੀਤਾ। ਤੁਰਕ ਨੇ ਆਪਣੋ ਨਾਸ਼ ਕਰਾਇਓ। ਕਹਿਣ ਲੱਗਾ ਪਾਤਸ਼ਾਹ ਤੁਰਕਾਂ ਨੇ ਆਪਣਾ ਨਾਸ਼ ਕਰਾਇਆ ਹੈ। ਕਹੋ ਕਹਾਂ ਮੁਖੋਂ ਕਿਹਾ ਨ ਮਹਾਰਾਜ ਜਾਈ। ਕੀ ਕਹਾਂ, ਮੇਰੇ ਕੋਲੋਂ ਮੂੰਹ ਬੋਲ ਕੇ ਦੱਸ ਨਹੀਂ ਹੁੰਦਾ। ਜਿਮ ਸਾਹਿਬ ਜ਼ਾਦਨ ਕੈ ਸੀਸ ਬਿਹਾਈ। ਜਿਵੇਂ ਸਾਹਿਬਜ਼ਾਦਿਆਂ ਦੇ ਸੀਸ ਉੱਤੇ ਬੀਤੀ ਆ, ਮੈਂ ਬੋਲ ਕੇ ਦੱਸ ਨਹੀਂ ਸਕਦਾ ਸਾਹਿਬ ਜੀ। ਮਦ ਕਚਹਿਰੀ ਕਾਰੋ ਕਰਿਓ। ਸੂਬੇ ਸਰਹੰਦ ਨੇ ਕਚਹਿਰੀ ਵਿੱਚ ਜਿਹੜਾ ਵੱਡਾ ਕਾਰਾ ਕੀਤਾ, ਨੈਵੈ ਪਰਵਰਦਗਾਰੋਂ ਡਰਿਓ। ਇਹੋ ਜਿਹਾ ਕਾਰਾ ਕਰਦਿਆ ਉਹ ਪਰਵਰਦਗਾਰ ਤੋਂ ਨਹੀਂ ਡਰਿਆ, ਉਹਦੇ ਮਨ 'ਚ ਖੁਦਾ ਦਾ ਕੋਈ ਖੌਫ ਨਹੀਂ ਆਇਆ। ਉਸ ਮਲੇਛ ਨੇ ਜਿਹੜਾ ਇਹ ਪਾਪ ਕੀਤਾ। ਘੜੀ ਕੋ ਗੁਰ ਰਹੇ ਮਸਟੇ ਮਾਰੇ। ਸੁਣ ਕੇ ਘੜੀ ਕੋ ਸਤਿਗੁਰੂ ਜੀ ਚੁੱਪ ਰਹੇ। ਫਿਰ ਬੋਲੇ ਗੁਰ ਜੀ ਦ੍ਰਿੜ ਧਾਰ। ਦ੍ਰਿੜ ਨਿਸ਼ਚੇ ਨਾਲ ਮਹਾਰਾਜ ਜੀ ਬੋਲੇ, ਮਾਈ ਨੂੰ ਕਹਿਣ ਲੱਗੇ ਉਹਾਂ ਹੁਤੇ ਕਚਹਿਰੀ ਸਿੱਖ ਕਨੇਰੇ। ਮਹਾਰਾਜ ਜੀ ਕਹਿੰਦੇ ਉੱਥੇ ਤਾਂ ਸਰਹੰਦ ਵਿੱਚ ਸਿੱਖ ਵੀ ਬਹੁਤ ਰਹਿੰਦੇ ਆ। ਉੱਥੇ ਤਾਂ ਜਿਹੜੀ ਸੂਬੇ ਸਰਹੰਦ ਦੀ ਕਚਹਿਰੀ ਲੱਗਦੀ ਹੈ, ਉਹਦੇ 'ਚ ਕਈ ਸਿੱਖ ਨੌਕਰੀਆਂ ਵੀ ਕਰਦੇ ਨੇ। ਕਿਨੈ ਨਾ ਮੋੜੇ ਤੁਰਕ ਉਤਵੇਰੈ। ਜਦੋਂ ਤੁਰਕ ਇਹੋ ਜੀਆਂ ਵਧੀਕੀਆਂ ਕਰ ਰਹੇ ਸੀ, ਸਾਹਿਬਜ਼ਾਦਿਆਂ ਨੂੰ ਘਸੀਟ ਰਹੇ ਸੀ, ਉਹਨਾਂ ਨੂੰ ਤਸੀਹੇ ਦੇ ਰਹੇ ਸੀ, ਉਹਨਾਂ ਸਿੱਖਾਂ ਵਿੱਚੋਂ ਕਿਸੇ ਨੇ ਰੋਕਿਆ ਨਹੀਂ ਉਹਨਾਂ ਨੂੰ। ਕਿਸੇ ਨੇ ਆ ਕੇ ਰੋਕਣ ਦਾ ਯਤਨ ਨਹੀਂ ਕੀਤਾ। ਹਮ ਤਕਸੀਰ ਪਤਸ਼ਾਹ ਪੀਤੇ ਨਾਈ। ਅਸੀਂ ਤਾਂ ਬਾਦਸ਼ਾਹ ਦਾ ਕੁਝ ਨਹੀਂ ਸੀ ਵਿਗਾੜਿਆ, ਅਸੀਂ ਤਾਂ ਕੋਈ ਬਾਦਸ਼ਾਹ ਦਾ ਰਾਜ ਨਹੀਂ ਸੀ ਵਿਗਾੜਿਆ। ਉਹਦੇ ਰਾਜ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਉਹਦਾ ਨੁਕਸਾਨ ਨਹੀਂ ਕੀਤਾ। ਉਸ ਕੋ ਮਾਰ ਤਥਾ ਕਉ ਨਾਈ। ਤੇ ਨਾ ਅਸੀਂ ਉਹਦਾ ਕੋਈ ਮਾਰਿਆ ਸੀ। ਯਾਨੀ ਕਿ ਸੂਬੇ ਸਰਹੰਦ ਦੇ ਜਾਂ ਹੋਰ ਜਿਹੜੇ ਰਾਜੇ ਨੇ, ਇਹਨਾਂ ਦਾ ਕੋਈ ਰਾਜ ਭਾਗ ਤਾਂ ਨਹੀਂ ਸੀ ਵਿਗਾੜਿਆ ਕਿ ਜਿਹੜਾ ਇਹ ਸਾਡੇ ਬੱਚਿਆਂ ਨੂੰ ਸ਼ਹੀਦ ਕਰ ਰਹੇ ਸਨ। ਦੋਹਰਾ ਪਰ ਸਵਾਰਥ ਕੇ ਕਾਰਣੇ ਸਿਰ ਸਿੱਖ ਦੇਤ ਥਿਲਾਏ। ਸਿੱਖ ਤਾਂ ਪਰਾਏ ਭਲੇ ਵਾਸਤੇ ਵੀ ਆਪਣਾ ਸਿਰ ਲੇਖੇ ਲਾ ਦਿੰਦੇ ਐ। ਤੇ ਜਿਹੜੇ ਸਰਹੰਦ ਵਿੱਚ ਸਿੱਖ ਸਨ, ਉਹਨਾਂ ਨੇ ਸਾਡੇ ਪੁੱਤਰਾਂ ਦੀ ਸ਼ਹੀਦੀ ਵੇਲੇ ਵੇਖ ਕੇ ਉੱਥੇ ਅੱਗੇ ਆ ਕੇ ਰੋਕਣ ਦਾ ਯਤਨ ਨਹੀਂ ਕੀਤਾ। ਉਹਨਾਂ ਆਪਣੇ ਸਿਰ ਨਹੀਂ ਲਾਏ ਉੱਥੇ। ਸਿੱਖ ਤਾਂ ਦੂਜਿਆਂ ਵਾਸਤੇ ਵੀ ਸਿਰ ਲਾ ਦਿੰਦੇ ਐ। ਤੇ ਜਿਹੜੇ ਉਹ ਸਰਹੰਦ ਦੇ ਸਿੱਖ ਸੀ, ਉਹਨਾਂ ਨੇ ਆਪਣੇ ਗੁਰੂ ਦੇ ਬੱਚਿਆਂ ਲਈ ਉੱਥੇ ਸਿਰ ਕਿਉਂ ਨਾ ਲਾਏ? ਉਹਨਾਂ ਕਿਉਂ ਨਾ ਆ ਕੇ ਸੂਬੇ ਸਰਹੰਦ ਨੂੰ ਰੋਕਿਆ? ਤੈ ਹੁਤੋ ਮਸੰਦ ਸੁਲਖਣੋ ਸਿੱਖ ਸੈ 14 ਅਰਥਾਏ। ਮਹਾਰਾਜ ਜੀ ਕਹਿੰਦੇ ਉੱਥੇ ਤਾਂ ਗੁਰੂ ਘਰ ਦਾ ਇੱਕ ਮਸੰਦ ਸੁਲੱਖਣਾ ਵੀ ਰਹਿੰਦਾ, ਉਹ ਨਹੀਂ ਬੋਲਿਆ ਉੱਥੇ। 1400 ਘਰ ਸੀ ਸਰਹੰਦ ਵਿੱਚ ਸਿੱਖਾਂ ਦੇ। ਮਹਾਰਾਜ ਜੀ ਕਹਿੰਦੇ 1400 ਵਿੱਚੋਂ ਕੋਈ ਵੀ ਨਹੀਂ ਆਇਆ ਉੱਥੇ। ਕਿਸੇ ਨੇ ਆ ਕੇ ਆਖਿਆ ਕਿ ਗੁਰੂ ਕੇ ਬੱਚਿਆਂ ਨੂੰ ਨਾ ਕਰੋ ਸ਼ਹੀਦ, ਅਸੀਂ ਇਹਨਾਂ ਦੇ ਅੱਗੇ ਆ ਕੇ ਖੜੇ ਹਾਂ। ਕੋਈ ਨਹੀਂ ਅੱਗੇ ਆਇਆ। ਏਦਾਂ ਮਹਾਰਾਜ ਜੀ ਨੇ ਪੁੱਛਿਆ। ਚੌਪਈ ਰਾਏਪੁਰੇ ਉਥੋਂ ਕਚਹਿਰੀ ਮਾਈ। ਉੱਥੇ ਰਾਏਪੁਰੀਆ ਵੀ ਸੀ। ਇਹ ਸਾਰੇ ਗੁਰੂ ਘਰ ਦੇ ਸੇਵਕ ਸੀ। ਮਹਾਰਾਜ ਜੀ ਕਹਿੰਦੇ ਰਾਏਪੁਰੀਆ ਤਾਂ ਉੱਥੇ ਕਚਹਿਰੀ 'ਚ ਨੌਕਰੀ ਕਰਦਾ ਸੂਬੇ ਸਰਹੰਦ ਕੋਲ। ਉਹਨੇ ਆਪਣਾ ਕੋਈ ਦਾ ਪੇਚ ਨਹੀਂ ਖੇਡਿਆ। ਉਹਨੇ ਅੱਗੇ ਹੋ ਕੇ ਵੱਧ ਕੇ ਯਤਨ ਨਹੀਂ ਕੀਤਾ। ਚਿਨਾਰ ਥੱਲਿਓ ਬੁਲਾਕੀ ਗੱਲ ਥੰਬੀ ਨਾਈ। ਆਪਣੇ ਨੇੜੇ ਚਨਾਰ ਥਲ ਹੈ। ਮਹਾਰਾਜ ਜੀ ਕਹਿੰਦੇ ਉਹ ਚਨਾਰ ਥਲ ਦਾ ਜਿਹੜਾ ਬੁਲਾਕੀ ਸੀ, ਉਹ ਨਹੀਂ ਗਿਆ ਉੱਥੇ। ਉਹ ਵੀ ਤਾਂ ਉੱਥੇ ਕਚਹਿਰੀ 'ਚ ਕੰਮ ਕਰਦਾ ਹੈ। ਉਹਨੇ ਜਾ ਕੇ ਗੱਲਬਾਤ ਕਰਕੇ ਇਹਨੂੰ ਗੱਲ ਨੂੰ ਥੰਮਣ ਦਾ ਯਤਨ ਕਰਦਾ। ਉਹ ਗੱਲ ਕਰਦਾ ਵੀ ਇਹ ਬੱਚੇ ਨੇ, ਸਾਹਿਬਜ਼ਾਦੇ ਨੇ, ਇਹਨਾਂ ਨੂੰ ਕਤਲ ਕਰਕੇ ਤੂੰ ਕੀ ਲੈਣਾ? ਮਹਾਰਾਜ ਜੀ ਕਹਿੰਦੇ ਉਹ ਚਨਾਰ ਥਲੀਆ ਬੁਲਾਕੀ ਵੀ ਨਹੀਂ ਗਿਆ। ਉਨ ਬਾਲ ਮਾਰਨ ਕੋ ਕਿਆ ਥੋ ਦਾਏ। ਉਹਨਾਂ ਦਾ ਕੀ ਦਾ ਸੀ? ਬੱਚੇ ਮਾਰਨ ਦਾ ਕੀ ਮਤਲਬ ਸੀ? ਸਾਹਿਬਜ਼ਾਦਿਆਂ ਨੂੰ ਮਾਰਨ ਦਾ ਤਾਂ ਕੋਈ ਤੁਕ ਨਹੀਂ ਸੀ ਬਣਦਾ। ਬਿਨਾ ਦਾਏ ਕਿਸ ਲਗੇ ਨਹਾਏ। ਸੇਕ ਇਹਨਾਂ ਨੂੰ ਨਹੀਂ ਸੀ ਨਾ ਲੱਗਦਾ। ਇਹਨਾਂ ਦੇ ਪੁੱਤ ਨਹੀਂ ਸੀ ਨਾ, ਉਹ ਤਾਂ ਗੁਰੂ ਦੇ ਸੀ ਨਾ। ਮਹਾਰਾਜ ਜੀ ਕਹਿੰਦੇ ਤਾਂ ਇਹਨਾਂ ਨੂੰ ਸੇਕ ਨਹੀਂ ਲੱਗਾ। ਇਹ ਜਿੰਨੇ ਵੀ ਸਨ 1400 ਸਿੱਖ। ਜਿਨ ਤਨ ਲੱਗੀ ਸੋ ਤਨ ਜਾਣੇ। ਮਹਾਰਾਜ ਜੀ ਕਹਿੰਦੇ ਜੇ ਇਹਨਾਂ ਦਾ ਕੋਈ ਆਪਣਾ ਪੁੱਤ ਹੁੰਦਾ ਫਿਰ ਇਹਨਾਂ ਨੂੰ ਪਤਾ ਲੱਗਦਾ। ਜਿਸ ਦੇ ਤਨ ਤੇ ਲੱਗੇ, ਗੁਰਦੇਵ ਕਹਿੰਦੇ ਉਹੀ ਜਾਣਦਾ। ਔਰ ਲੋਕ ਇੱਕ ਕੂੜ ਬਖਾਣੇ। ਦੂਜੇ ਤਾਂ ਕਹਿੰਦੇ ਆ ਇਹ ਤਾਂ ਝੂਠਾ ਹੀ ਹੈ ਜੀ, ਇਹ ਤਾਂ ਉਹਦੇ ਝੂਠ ਬੋਲਦਾ। ਦੂਜਿਆਂ ਵਾਸਤੇ ਤਾਂ ਇਦਾਂ ਹੁੰਦਾ। ਇਤਨੀ ਕਹਿ ਗੁਰ ਅੰਸੂ ਗਿਰਾਈ। ਇਦਾਂ ਕਹਿ ਕੇ ਕਲਗੀਧਰ ਪਾਤਸ਼ਾਹ ਨੇ ਅਫਸੋਸ ਪ੍ਰਗਟ ਕੀਤਾ ਕਿ ਉਹਨਾਂ 1400 ਵਿੱਚੋਂ ਕਿਸੇ ਨੇ ਵੀ ਆ ਕੇ ਹਾ ਦਾ ਨਾਰਾ ਨਹੀਂ ਮਾਰਿਆ। ਨਾ ਬੁਲਾਕੀ ਗਿਆ ਚਨਾਰ ਥਲੀਆ, ਨਾ ਰਾਏਪੁਰੀਆ ਗਿਆ, ਨਾ ਸੁਲੱਖਣੇ ਮਸੰਦ ਨੇ ਜਾ ਕੇ ਕਿਹਾ
ਕਿਸੇ ਨੇ ਵੀ ਨਹੀਂ ਗੱਲ ਦੱਬਣ ਦਾ ਯਤਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਗ ਵਿੱਚ ਆਏ। ਤੋ ਸਿੱਖ ਨੇ ਅਰਜ਼ ਸੁਨਾਈ। ਸਿੱਖਾਂ ਨੇ ਉਸ ਵੇਲੇ ਬੇਨਤੀ ਕੀਤੀ, ਤੂੰ ਕਰਤੇ ਪਰ ਪੂਰਨ ਗਿਆਨੀ। ਕਹਿਣ ਲੱਗੇ ਮਹਾਰਾਜ ਜੀ ਆਪ ਜੀ ਮਹਾਨ ਪੂਰਨ ਗਿਆਨੀ ਹੋ। ਤੁਮ ਪੀ ਗੇਰਿਓ ਨੈਣ ਤੇ ਪਾਨੀ। ਪਾਤਸ਼ਾਹ ਜੀ ਆਪ ਜੀ ਨੂੰ ਵੀ ਅਸੀਂ ਵਿਰਾਗ ਵਿੱਚ ਵੇਖਿਆ ਹੈ। ਤੋ ਸਤਿਗੁਰ ਇਮ ਬਚਨ ਸੁਨਾਇਓ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ, ਹਰੇ ਬਿਰਚ ਤੋੜ ਪਤ ਮੰਗਾਇਓ। ਖਾਲਸਾ ਜੀ ਇਹ ਕੋਈ ਮੋਹ ਵਾਲਾ ਵਿਰਾਗ ਨਹੀਂ ਸੀ ਜਿਹੜਾ ਆਮ ਕਰਕੇ ਸਾਡੇ ਹਿਰਦਿਆਂ 'ਚ ਹੁੰਦਾ ਨਾ, ਮੋਹ ਮਮਤਾ ਵਸ ਹੋਇਆ। ਇਹ ਉਹ ਵਿਰਾਗ ਸੀ ਜਿਹਦੇ ਬਾਰੇ ਸਾਹਿਬ ਕਹਿੰਦੇ ਨਾ, ਰੋਵੈ ਲਾਏ ਪਿਆਰੋ। ਇਹ ਉਹ ਪਰਮ ਪਿਆਰ ਦੇ ਵਿੱਚ ਵਿਰਾਗ ਸੀ, ਸਾਹਿਬਜ਼ਾਦਿਆਂ ਦੇ ਮੋਹ ਵਿੱਚ ਨਹੀਂ, ਇਹ ਉਹਨਾਂ ਦੇ ਪਰਮ ਪ੍ਰੇਮ ਦੇ ਵਿੱਚ ਵਿਰਾਗ ਸੀ। ਸਿੱਖਾਂ ਆਖਿਆ ਮਹਾਰਾਜ ਆਪ ਜੀ ਵਿਰਾਗ ਕਰ ਰਹੇ ਹੋ। ਸਤਿਗੁਰਾਂ ਆਖਿਆ ਇਹ ਪੱਤਾ ਤੋੜੋ ਦਰਖਤ ਨਾਲੋਂ। ਤੇ ਜਦੋਂ ਪੱਤਾ ਤੋੜ ਕੇ ਮੰਗਵਾਇਆ, ਟੁੱਟਿਓ ਪਤ ਤਿਤ ਨੀਰ ਸਿਮਾਇਓ। ਟੁੱਟਦੇ ਪੱਤੇ ਦੇ ਵਿੱਚੋਂ ਪਾਣੀ ਸਿਮਦਾ ਮਹਾਰਾਜ ਜੀ ਨੇ ਵਿਖਾਇਆ। ਸੋ ਸਿੱਖਨ ਦਿਖਾਏ ਪਤੀ ਆਇਓ। ਪਾਤਸ਼ਾਹ ਨੇ ਸਿੱਖਾਂ ਨੂੰ ਉਸ ਵੇਲੇ ਪਤਿਆ ਕੇ ਉਹਨਾਂ ਨੂੰ ਵਿਖਾਇਆ। ਜੜ ਵਿਚਰਨ ਸਿਮ ਆਵੇ ਨੀਰ। ਮਹਾਰਾਜ ਜੀ ਕਹਿੰਦੇ ਜੜ ਪੱਤਿਆਂ ਦੇ ਵਿੱਚ ਵੀ ਵਿਛੜ ਕੇ ਇਹਨਾਂ ਵਿੱਚੋਂ ਨੀਰ ਵਹਿੰਦਾ ਹੈ। ਇਹ ਤੋ ਮਾਨਸ ਚੇਤਨ ਸਰੀਰ। ਇਹ ਤਾਂ ਮਾਨਸ ਚੇਤਨ ਸਰੀਰ ਹੈ। ਇਹਦੇ ਵਿੱਚ ਰੋਵੈ ਲਾਏ ਪਿਆਰੋ ਪਰਮ ਵੈਰਾਗ ਦੀ ਅਵਸਥਾ ਆਉਣੀ ਤਾਂ ਸੁਭਾਵਿਕ ਹੈ। ਦੋਹਰਾ ਫਿਰ ਸਤਿਗੁਰ ਉਸ ਸਿੱਖ ਪੁੱਛਿਓ, ਕਿਨ ਹਾਹਾ ਨਾਰਾ ਮਾਰਿਓ ਨਾਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਪੁੱਛਿਆ, ਕਹਿੰਦੇ ਦੱਸ ਵੀ ਉੱਥੇ ਕਿਸੇ ਨੇ ਹਾ ਦਾ ਨਾਰਾ ਤਾਂ ਮਾਰਿਆ ਕਿ ਉਹ ਵੀ ਨਹੀਂ ਸੀ ਕੋਈ? ਕਿਸੇ ਨੇ ਇਹ ਤਾਂ ਆਖਿਆ ਹੋਵੇਗਾ ਵੀ ਇਹ ਬਾਦਸ਼ਾਹ ਸੂਬਾ ਸਰਹੰਦ ਤੂੰ ਇਹ ਗਲਤ ਕਰਦਾ। ਕਿਸੇ ਨੇ ਹਾ ਦਾ ਨਾਰਾ ਮਾਰਿਆ ਕਿ ਨਹੀਂ? ਉਸੀ ਸਿੱਖ ਤਵ ਇਮ ਕਈ ਇੱਕ ਮਲੇਰੀ ਪਠਾਨ ਕਹਾਏ। ਨੂਰੇ ਮਾਈ ਨੇ ਉਸ ਵੇਲੇ ਦੱਸਿਆ, ਆਖਿਆ ਜੀ ਹਾਂ ਗੁਰੂ ਜੀ, ਮਲੇਰੀਆ ਪਠਾਨ ਸੀ ਸ਼ੇਰ ਮੁਹੰਮਦ ਖਾਨ। ਚੌਪਈ ਤੋ ਸਤਿਗੁਰ ਸ਼੍ਰੀ ਮੁਖੋਂ ਫੁਰਮਾਇਓ। ਮਹਾਰਾਜ ਜੀ ਉਹਨੇ ਕਿਹਾ ਸੀ ਇਹ ਸ਼ੀਰ ਖੋਰੇ ਬੱਚਿਆਂ ਨੂੰ ਮਾਰਨਾ ਠੀਕ ਨਹੀਂ। ਏਦਾਂ ਕਹਿ ਕੇ ਸਿਰ ਹਿਲਾ ਕੇ ਉੱਠ ਗਿਆ ਸੀ ਸੂਬੇ ਦੀ ਕਚਹਿਰੀ ਚੋਂ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਕਹਿ ਕੇ ਉਹਨੇ ਆਪਣੀ ਜੜ ਰੱਖ ਲਈ ਹੈ। ਉਹਨੇ ਆਪਣੀਆਂ ਜੜਾਂ ਰੱਖ ਲਈਆਂ ਹਨ। ਆਪਣੀ ਜੜਾਂ ਗਇਓ ਵੋ ਲਾਇਓ। ਉਹ ਆਪਣੀਆਂ ਜੜਾਂ ਪੰਜਾਬ ਦੀ ਧਰਤੀ ਤੇ ਲਾ ਗਿਆ। ਉਨ ਕਰਨੀ ਸਿਰ ਔਰਨ ਪਈ। ਜਿਹੜੀ ਕਰਨੀ ਉਹਨਾਂ ਦੀ ਸੀ ਹੋਰਾਂ ਦੇ ਸਿਰ ਤੇ ਪਈ। ਵਾਜ ਗੁਰੂ ਕੀ ਉਨ ਰੱਖ ਲਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਇਹਨਾਂ ਦੀ ਰੱਖਿਆ ਹੋਈ। ਮਲੇਰੀਆ ਦੇ ਪਠਾਣਾ ਤੇ ਕਈ ਵਾਰ ਜਦੋਂ ਖਾਲਸੇ ਦੇ ਸਮੇਂ ਵਿੱਚ ਘੱਲੂ ਘਾਰਿਆਂ ਵਿੱਚ ਇਹ ਆਉਂਦੇ ਰਹੇ ਖਾਲਸੇ ਦੇ ਨਾਲ ਲੜਨ ਲਈ। ਜਦੋਂ ਕਿਤੇ ਇੱਕ ਦੋ ਵਾਰੀ ਯਤਨ ਕੀਤਾ ਸਿੰਘਾਂ ਨੇ ਵੀ ਹਮਲਾ ਕਰੀਓ ਤੇ ਕੋਈ ਨਾ ਕੋਈ ਇਹੋ ਜਿਹਾ ਸਬਬ ਬਣ ਜਾਇਆ ਕਰੇ ਮਲੇਰ ਕੋਟਲੇ ਤੇ ਹਮਲਾ ਹੀ ਨਾ ਹੋ ਸਕੇ ਤੇ ਸਿੰਘਾਂ ਨੂੰ ਵਾਪਸ ਜਾਣਾ ਪੈਂਦਾ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਕੇ। 47 ਦੀ ਵੰਡ ਸਮੇਂ ਦੱਸਿਆ ਜਾਂਦਾ ਹੈ ਬਹੁਤ ਸਾਰਾ ਨੁਕਸਾਨ ਪਾਰਲੇ ਪਾਸੇ ਹੋਇਆ ਤੇ ਜਦੋਂ ਮਲੇਰ ਕੋਟਲੇ ਦੀ ਹੱਦ ਵਾਲੇ ਪਾਸੇ ਨੂੰ ਚੱਲ ਕੇ ਆਏ ਨਾ, ਉਹ ਵੱਢਦੇ ਆ ਰਹੇ ਸੀ ਇਧਰੋਂ ਤੁਰਕਾਂ ਨੂੰ ਤੇ ਵੱਢਦਿਆਂ ਜਦੋਂ ਮਲੇਰ ਕੋਟਲੇ ਦੀ ਹੱਦ ਉਹ ਨਾਲਾ ਜਿਹਾ ਆਉਂਦਾ ਉੱਥੇ ਤੱਕ ਆਏ ਤੇ ਉਹ ਜਦੋਂ ਨਾਲਾ ਪਾਰ ਕਰਕੇ ਆਏ ਵੀ ਮਲੇਰ ਕੋਟਲੇ 'ਚ ਵੀ ਵੱਢਾਂਗੇ, ਉੱਥੇ ਆ ਕੇ ਉਹਨਾਂ ਦਾ ਮਨ ਬਿਰਤੀਆਂ ਹੀ ਖਿਆਲ ਹੀ ਹੋਰ ਹੋ ਗਏ। ਵੱਢਣ ਦੀ ਬਜਾਏ ਕੱਟਣ ਦੀ ਬਜਾਏ ਇੱਕਦਮ ਉਹਨਾਂ ਦੇ ਮਨ 'ਚ ਰਹਿਮ ਆ ਗਿਆ, ਕਲਗੀਧਰ ਦੀ ਕਲਾ ਵਰਤੀ। ਤੇ ਮਲੇਰ ਕੋਟਲੇ ਦੇ ਵਿੱਚ ਮੁਸਲਮਾਨਾਂ ਦਾ ਉਦੋਂ ਕੋਈ ਨੁਕਸਾਨ ਨਹੀਂ ਹੋਇਆ। ਹੁਣ ਘੁੱਕ ਵਸਦੇ ਐ ਤੇ ਉੱਥੇ ਨਿਵਾਸ ਕਰਦੇ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਬਚਨਾਂ ਦੇ ਪ੍ਰਤਾਪ ਸਦਕਾ। ਇੱਕ ਇਹਨਾਂ ਦੇ ਵਡੇਰੇ ਨੇ ਘਾਲਣਾ ਘਾਲੀ ਜਿਹਦਾ ਫਲ ਅੱਗੇ ਹੁਣ ਤਾਈਂ ਉਹਨਾਂ ਦੀਆਂ ਪੁਸ਼ਤਾਂ ਜਿਹੜੀਆਂ ਨੇ ਖਾ ਰਹੀਆਂ ਹਨ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਇਹਨਾਂ ਦੀ ਜੜ ਰਹਿ ਗਈ। ਜਦੋਂ ਸਤਿਗੁਰਾਂ ਕਿਹਾ ਸੀ ਨਾ, ਅਬ ਤੇ ਜੜ ਤੁਰਕਨ ਕੀ ਗਈ ਇੱਕ ਮਲੇਰੀਅਨ ਕੀ ਬਚ ਰਹੀ। ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਬਚਨ ਆਉਂਦੇ
ਕਿ ਹੁਣ ਇਹਨਾਂ ਮਲੇਛਾਂ ਦੀ ਜੜ ਪੁੱਟੀ ਗਈ। ਕਾਈ ਦਾ ਬੂਟਾ ਪੁੱਟਦਿਆਂ ਮਹਾਰਾਜ ਜੀ ਨੇ ਕਿਹਾ ਸੀ, ਪੁੱਟੀ ਗਈ ਆ ਤੁਰਕਾਂ ਦੀ ਮਲੇਛਾਂ ਦੀ ਜੜ। ਬਸ ਇੱਕ ਮਲੇਰ ਕੋਟਲੇ ਵਾਲੇ ਨਵਾਬਾਂ ਦੀ ਜੜ ਉਹਨਾਂ ਨੇ ਆਪ ਹਾ ਦਾ ਨਾਰਾ ਮਾਰ ਕੇ ਰੱਖ ਲਈ ਹੈ। ਗਰੀਬ ਨਵਾਜ ਪਾਤਸ਼ਾਹ ਜੀ ਪਰਮ ਵੈਰਾਗ ਦੀ ਅਵਸਥਾ ਵਿੱਚ ਇਹ ਸ਼ਬਦ ਆਪਣੇ ਮੁਖੋਂ ਉਚਾਰਦੇ ਹਨ, ਜੋ ਮਾਛੀਵਾੜੇ ਦੇ ਜੰਗਲਾਂ 'ਚ ਸਾਹਿਬ ਨੇ ਉਚਾਰਨ ਕੀਤਾ ਹੈ। ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਭ ਕੁਝ ਲੁਟਾ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਘਰ ਬਾਹਰ ਕੁਝ ਵੀ ਕੋਲ ਨਹੀਂ, ਫੌਜਾਂ ਕੋਲ ਨਹੀਂ, ਪੈਰਾਂ 'ਚ ਜੋੜਾ ਤੱਕ ਨਹੀਂ, ਘੋੜਾ ਨਹੀਂ, ਸੀਸ ਤੋਂ ਕਲਗੀ ਵੀ ਲਾ ਕੇ ਆਪਣੇ ਸੇਵਕਾਂ ਦੇ ਸਿਰਾਂ ਤੇ ਸਜਾਏ ਨੇ। ਟਿੰਡ ਦਾ ਸਰਾਣਾ ਲਾਈ ਮਹਾਨ ਫਕੀਰਾਂ ਵਾਂਗੂ ਗੋਡੇ ਤੇ ਚਰਨ ਰੱਖ ਕੇ ਪਾਤਸ਼ਾਹ ਲੇਟੇ ਹੋਏ, ਨਿਰੰਕਾਰ ਦੇ ਰੰਗਾਂ ਵਿੱਚ ਰੰਗੇ ਹੋਏ ਇਹ ਸ਼ਬਦ ਆਪਣੇ ਮੁਖੋਂ ਉਚਾਰਦੇ ਨੇ। ਪਿਆਰੇ ਮਿੱਤਰ ਨੂੰ ਮੁਰੀਦਾਂ ਦਾ ਹਾਲ ਕਹਿਣਾ। ਮੇਰੇ ਉਸ ਪਿਆਰੇ ਮਿੱਤਰ ਨੂੰ ਮੁਰੀਦਾਂ ਦਾ ਹਾਲ ਕਹਿਣਾ, ਜਿਸ ਮੇਰੇ ਪਿਆਰੇ ਮਿੱਤ ਨੇ ਮੈਨੂੰ ਕਿਹਾ ਸੀ, ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ, ਕਿ ਜਾਓ ਮਾਤ ਲੋਕ ਦੀ ਧਰਤੀ ਤੇ ਪੰਥ ਸਾਜੋ। ਮੇਰੇ ਉਸ ਮਿੱਤਰ ਨੂੰ ਪਿਆਰੇ ਨੂੰ ਮੇਰਾ ਮੁਰੀਦਾਂ ਦਾ ਹਾਲ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਤੇਰੇ ਬਿਨਾਂ ਇਹਨਾਂ ਰਜਾਈਆਂ ਦਾ ਓਡਣ, ਰਜਾਈਆਂ ਲੇਫ ਆਪਾਂ ਕਹਿ ਦਿੰਨੇ ਆ, ਲੇਫ। ਤੇ ਪਾਤਸ਼ਾਹ ਨੇ ਨਿਹਾਲੀ ਵੀ ਕਿਹਾ ਨਾ, ਇੱਕ ਨਿਹਾਲੀ ਪੈ ਸਵਨ। ਨਿਹਾਲੀ ਦਾ ਮਤਲਬ ਰਜਾਈ, ਲੇਫ। ਕਹਿੰਦੇ ਹੇ ਵਾਹਿਗੁਰੂ, ਤੇਰੇ ਬਿਨਾਂ ਇਹ ਜਿਹੜੀਆਂ ਲੇਫਾਂ ਰਜਾਈਆਂ ਨੇ ਇਹ ਮੈਨੂੰ ਰੋਗਾਂ ਦੇ ਨਿਵਾਸ ਲੱਗਦੀਆਂ ਹਨ। ਤੇ ਨਾਗ ਨਿਵਾਸਾਂ ਦੇ ਰਹਿਣਾ, ਜਿਹੜੀ ਸੇਜਾ ਹੈ ਉਹ ਏਦਾਂ ਜਾਪਦੀ ਆ, ਉਹਦੇ ਤੇ ਸੱਪ ਵਿਛੇ ਹੋਏ ਨੇ। ਸੂਲ ਸੁਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸੈਣਾ। ਸੁਰਾਈ ਜਿਹੜੀ ਆ ਸੂਲ ਵਾਂਗੂ ਚੁੱਭਦੀ ਆ ਤੇ ਪਿਆਲਾ ਖੰਜਰ ਵਾਂਗੂ। ਤੇ ਹੇ ਪ੍ਰਭੂ, ਤੇਰੇ ਵਿਛੋੜੇ ਦਾ ਇੱਕ ਇੱਕ ਪਲ ਕਸਾਈਆਂ ਦੇ ਬਿੰਗ ਵਾਂਗੂ ਮੈਨੂੰ ਚੁੱਭਦਾ ਹੈ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਮੇਰੇ ਉਸ ਯਾਰੜੇ ਦਾ ਮੈਨੂੰ ਇਹ ਭੂਮਾਸਣ ਜ਼ਮੀਨ ਤੇ ਟਿੰਡ ਦਾ ਸਰਾਣਾ ਲਾ ਕੇ ਲੇਟਣਾ ਚੰਗਾ ਲੱਗਦਾ। ਉਹਦੇ ਵਿਛੋੜੇ ਦੇ ਵਿੱਚ ਖੇੜਿਆਂ ਵਾਲੇ ਨਗਰ ਵਿੱਚ ਰਹਿਣਾ ਮੇਰੇ ਲਈ ਭੱਠ ਦੇ ਸਮਾਨ ਹੈ। ਨਿਰੰਕਾਰ ਦੇ ਸ਼ੁਕਰ ਵਿੱਚ ਪਾਤਸ਼ਾਹ ਉਹਦੇ ਵਿਛੋੜੇ ਦੀ ਤੜਫ ਵਿੱਚ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਜਿਵੇਂ ਦੀਨੇ ਕਾਂਗੜ ਦੇ ਇਲਾਕੇ 'ਚ ਪਾਤਸ਼ਾਹ ਵਿਚਰੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਮਿੱਤਰ ਪਿਆਰੇ ਨੂੰ, 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 ਮਿੱਤਰ ਪਿਆਰੇ ਨੂੰ। ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ
ਜੁਗਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੁਰਨ ਹੈ ਸਰਬ ਮੈਂ ਸੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਤ ਹੈ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਬੇਤ ਹੈ ਪਰੰਪਰ ਹਰ ਹਰੇ ਪੀਓ ਅਣਹਾਰ ਹੈ ਸੰਤ ਹੈ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।